ਵੈਰੀ ਗੁੱਡ ਈਵਨਿੰਗ ਟੂ ਆਲ ਆਫ ਯੂ। ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਕਚਰ ਨੰਬਰ 2। ਚੈਪਟਰ ਸਾਡਾ ਚੱਲ ਰਿਹਾ ਡਿਫਰੈਂਸ਼ੀਅਲ ਇਕੁਏਸ਼ਨ। ਫਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਕਿ ਕਿਸ ਤਰ੍ਹਾਂ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਵੀ ਕਿਹੜੀ ਇਕੁਏਸ਼ਨ ਡਿਫਰੈਂਸ਼ੀਅਲ ਹੈ ਜਾਂ ਕਿਹੜੀ ਨਹੀਂ ਹੈ। ਉਸ ਤੋਂ ਬਾਅਦ ਅਸੀਂ ਫਾਈਂਡ ਆਊਟ ਕੀਤਾ ਸੀ ਉਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਆਰਡਰ ਤੇ ਡਿਗਰੀ, ਤੇ ਉਹਨਾਂ ਨੂੰ ਫਾਈਂਡ ਆਊਟ ਕਰਨ ਵੇਲੇ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਧਿਆਨ 'ਚ ਰੱਖਣੀਆਂ ਪੈਂਦੀਆਂ ਸੀ। ਫਿਰ ਜਦੋਂ ਅਸੀਂ ਆਰਡਰ ਤੇ ਡਿਗਰੀ ਦੇ ਆਬਜੈਕਟਿਵ ਟਾਈਪ ਕੁਐਸਚਨਸ ਮਲਟੀਪਲ ਕੁਐਸਚਨਸ ਡਿਸਕਸ ਕੀਤੇ ਤਾਂ ਲਾਸਟ ਤੇ ਅਸੀਂ ਡਿਸਕਸ ਕੀਤਾ ਸੀਗਾ ਲੀਨੀਅਰ ਤੇ ਨਾਨ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਬਾਰੇ। ਉਹਦੇ ਲਈ ਵੀ ਅਸੀਂ ਕੁਝ ਪੁਆਇੰਟਸ ਜਿਹੜੇ ਡਿਸਕਸ ਕੀਤੇ ਸੀ, 5 ਪੁਆਇੰਟਸ ਮੈਂ ਦੱਸੇ ਸੀਗੇ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਲੀਨੀਅਰ ਤੇ ਨਾਨ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਆਈਡੈਂਟੀਫਾਈ ਕਰ ਸਕਦੇ ਹਾਂ, ਤੇ ਉਹਦੇ ਨਾਲ ਦੇ ਜਿਹੜੇ ਕੁਐਸਚਨਸ ਨੇ ਸਾਨੂੰ ਐਗਜ਼ਾਮ ਦੇ ਵਿੱਚ ਅਕਸਰ ਪੁੱਛੇ ਜਾਂਦੇ ਨੇ। ਅੱਜ ਦੇ ਇਸ ਲੈਕਚਰ 2 ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਡਿਫਰੈਂਸ ਬਿਟਵੀਨ ਕਰਵ ਤੇ ਫੈਮਿਲੀ ਆਫ ਕਰਵਸ ਬਾਰੇ। ਅਗਰ ਗੱਲ ਕਰੀਏ ਸਭ ਤੋਂ ਪਹਿਲਾਂ ਕਰਵ ਦੀ, ਤਾਂ ਕਰਵ ਸਾਡੇ ਕੋਲ ਕੀ ਹੁੰਦੀ ਹੈ ਕਿ ਕੋਈ ਵੀ ਪੁਆਇੰਟ ਹੈ ਜੋ ਕੰਟੀਨਿਊਸਲੀ ਵੇਰੀ ਕਰ ਰਿਹਾ, ਕੰਟੀਨਿਊਸਲੀ ਉਹਦੀ ਵੈਲਿਊ ਚੇਂਜ ਹੋ ਰਹੀ ਹੈ। ਉਹ ਪੁਆਇੰਟ ਜਿਹੜਾ ਹੈ ਜੋ ਪਾਥ ਬਣਾ ਰਿਹਾ ਉਸ ਨੂੰ ਅਗਰ ਅਸੀਂ ਟਰੇਸ ਕਰੀਏ ਤਾਂ ਸਾਡੇ ਕੋਲ ਕਰਵ ਆ ਜਾਂਦੀ ਹੈ। ਲੇਕਿਨ ਅਗਰ ਗੱਲ ਕਰੀਏ ਫੈਮਿਲੀ ਆਫ ਕਰਵਸ ਦੀ ਤਾਂ ਇਹਨਾਂ ਦੋਨਾਂ ਵਿਚਲੇ ਡਿਫਰੈਂਸ ਦੀ, ਤਾਂ ਉਸ ਨੂੰ ਅਸੀਂ ਕੁਝ ਐਗਜ਼ਾਮਪਲਸ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਐਗਜ਼ਾਮਪਲਸ ਕੀ ਨੇ ਸਾਡੇ ਕੋਲ ਕਿ ਮੰਨ ਲਓ ਤੁਸੀਂ +2 ਕਲਾਸ ਨੂੰ ਪੜ੍ਹਾ ਰਹੇ ਹੋ ਤੇ ਤੁਹਾਡੇ ਸਾਹਮਣੇ 15 ਸਟੂਡੈਂਟਸ ਬੈਠੇ ਹੋਏ ਨੇ, ਤਾਂ ਤੁਸੀਂ 15 ਸਟੂਡੈਂਟਸ ਨੂੰ ਕਿਹਾ ਕਿ ਹਰ ਇੱਕ ਬੱਚੇ ਨੇ ਆਪਣੀ ਆਪਣੀ ਨੋਟਬੁੱਕ ਦੇ ਉੱਪਰ ਸਰਕਲ ਡਰਾਅ ਕਰਨਾ ਹੈ, ਇਕੁਏਸ਼ਨ ਸਰਕਲ ਦੀ ਫਾਈਂਡ ਆਊਟ ਕਰਨੀ ਹੈ। ਉਸ ਤੋਂ ਬਾਅਦ ਜਿਸ ਦਾ ਸੈਂਟਰ ਓਰੀਜਨ ਹੈ ਤੇ ਰੇਡੀਅਸ ਕਿੰਨਾ ਹੈ 2 ਦੇ ਰੱਖਿਆ। ਤਾਂ ਹਰ ਸਟੂਡੈਂਟ ਨੇ ਜਿਹੜਾ ਸਰਕਲ ਡਰਾਅ ਕੀਤਾ ਉਹ ਕੁਝ ਇਸ ਤਰ੍ਹਾਂ ਦਾ ਹੋਵੇਗਾ। ਹਰ ਸਟੂਡੈਂਟਸ ਨੇ ਸੈਂਟਰ ਓਰੀਜਨ ਨੂੰ ਮੰਨਿਆ ਤੇ ਸਰਕਲ ਦਾ ਰੇਡੀਅਸ ਕਿੰਨਾ ਲਿੱਤਾ 2 ਲਿੱਤਾ। ਤਾਂ ਹਰ ਇੱਕ ਸਟੂਡੈਂਟ ਦਾ ਜਿਹੜਾ ਸੈਂਟਰ ਹੋਵੇਗਾ ਸਰਕਲ ਦਾ ਉਹ ਕੀ ਹੋਵੇਗਾ ਓਰੀਜਨ, ਤੇ ਰੇਡੀਅਸ ਕੀ ਹੋਵੇਗਾ 2 ਹੋਵੇਗਾ। ਤੇ ਜਿਹੜੀ ਇਕੁਏਸ਼ਨ ਹੋਵੇਗੀ ਸਰਕਲ ਦੀ ਉਹ ਕੁਝ ਇਸ ਤਰ੍ਹਾਂ ਹੋਵੇਗੀ x² + y² = 2²। x ਤੇ y ਆਪਣੇ ਕੋਲ ਕੀ ਨੇ ਵੇਰੀਏਬਲਸ ਨੇ ਜਿਨ੍ਹਾਂ ਦੀ ਵੈਲਿਊ ਕੰਟੀਨਿਊਸਲੀ ਚੇਂਜ ਹੋ ਰਹੀ ਹੈ ਥਰੂ ਆਊਟ ਦਾ ਪ੍ਰੋਸੈਸ। ਤੇ 2 ਕੀ ਆਪਣੇ ਕੋਲ ਪਰਮਾਨੈਂਟ ਕੌਂਸਟੈਂਟ ਹੈ ਜਿਹਦੀ ਵੈਲਿਊ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੇਂਜ ਨਹੀਂ ਹੋ ਰਹੀ। ਫਿਰ ਤੁਸੀਂ ਕਿਹਾ ਕਿ ਸਟੂਡੈਂਟਸ ਨੂੰ ਕਿ ਇੱਕ ਹੋਰ ਸਰਕਲ ਤੁਸੀਂ ਬਣਾਓ ਜਿਸ ਦੇ ਵਿੱਚ ਤੁਹਾਨੂੰ ਸੈਂਟਰ ਓਰੀਜਨ ਦੇ ਰੱਖਿਆ ਤੇ ਉਸ ਦੀ ਇਕੁਏਸ਼ਨ ਵੀ ਦੱਸਣੀ ਹੈ। ਤਾਂ ਹੁਣ ਜਦੋਂ ਸੈਂਟਰ ਓਰੀਜਨ ਦੇ ਰੱਖਿਆ ਗਾ ਤਾਂ ਕੀ ਹੈਗਾ, ਬੱਚੇ ਜਿਹੜੇ ਨੇ ਉਹ ਪੁੱਛਣਗੇ ਵੀ ਸਰ ਅਸੀਂ ਸੈਂਟਰ ਤਾਂ ਓਰੀਜਨ ਲੈ ਲਿਆ ਲੇਕਿਨ ਸਾਨੂੰ ਇਹ ਦੱਸੋ ਵੀ ਰੇਡੀਅਸ ਕਿੰਨਾ ਹੋਊਗਾ। ਤਾਂ ਤੁਸੀਂ ਕਿਹਾ ਵੀ ਤੁਸੀਂ ਰੇਡੀਅਸ ਆਪਣੀ ਮਰਜ਼ੀ ਦੇ ਅਕੋਰਡਿੰਗ ਕੋਈ ਵੀ ਲੈ ਸਕਦੇ ਹੋ। ਤਾਂ ਮੰਨ ਲਓ ਕਿਸੇ ਬੱਚੇ ਨੇ ਰੇਡੀਅਸ 2 ਸੈਂਟੀਮੀਟਰ ਲਿੱਤਾ, ਮੰਨ ਲਓ ਕਿਸੇ ਬੱਚੇ ਨੇ ਰੇਡੀਅਸ ਜਿਹੜਾ 4 ਸੈਂਟੀਮੀਟਰ ਲਿੱਤਾ, ਕਿਸੇ ਬੱਚੇ ਨੇ ਰੇਡੀਅਸ ਜਿਹੜਾ ਉਹ ਮੰਨ ਲਓ 6 ਸੈਂਟੀਮੀਟਰ ਲਿੱਤਾ। ਤਾਂ ਅਸੀਂ ਕੀ ਦੇਖਿਆ ਵੀ ਜਿਹੜਾ ਸੈਂਟਰ ਹੈ ਉਹ ਹਰ ਇੱਕ ਸਟੂਡੈਂਟ ਦਾ ਫਿਕਸ ਹੈ, ਉਹ ਚੇਂਜ ਨਹੀਂ ਹੋ ਰਿਹਾ। ਸੈਂਟਰ ਕੀ ਆਪਣੇ ਕੋਲ ਫਿਕਸ ਹੈ। ਲੇਕਿਨ ਅਗਰ ਗੱਲ ਕਰੀਏ ਰੇਡੀਅਸ ਦੀ, ਵਿਡਥ ਦੀ, ਉਹ ਆਪਣੇ ਕੋਲ ਕੀ ਹੋ ਰਹੀ ਹੈ ਚੇਂਜ ਹੋ ਰਹੀ ਹੈ। ਹਰ ਇੱਕ ਬੱਚੇ ਵਾਸਤੇ ਰੇਡੀਅਸ ਅਲੱਗ-ਅਲੱਗ ਹੋਊਗਾ। ਅਗਰ ਗੱਲ ਕਰੀਏ ਬੱਚੇ ਦੂਰ ਦੂਰ ਬੈਠੇ ਨੇ ਇੱਕ ਦੂਸਰੇ ਦੇ ਸਰਕਲ ਨੂੰ ਜਾਂ ਡਾਇਗਰਾਮ ਨੂੰ ਜਾਂ ਫਿਰ ਜੋ ਵੀ ਰੇਡੀਅਸ ਲਿੱਤਾ ਨਹੀਂ ਦੇਖ ਰਹੇ, ਚੀਟਿੰਗ ਨਹੀਂ ਕਰ ਰਹੇ, ਤਾਂ ਉਹਨਾਂ ਦਾ ਰੇਡੀਅਸ ਅਲੱਗ-ਅਲੱਗ ਹੋਣ ਦੀ ਚਾਂਸਿਸ ਬਹੁਤ ਜ਼ਿਆਦਾ ਨੇ। ਤਾਂ ਇਸ ਕੇਸ ਦੇ ਵਿੱਚ ਸਾਡੇ ਕੋਲ ਰੇਡੀਅਸ ਕੀ ਹੈ ਚੇਂਜ ਹੋ ਰਿਹਾ ਗਾ ਹਰ ਇੱਕ ਸਟੂਡੈਂਟ ਵਾਸਤੇ। x ਤੇ y ਕੀ ਆ ਆਪਣੇ ਕੋਲ ਵੇਰੀਏਬਲਸ ਨੇ ਜਿਹੜੇ ਕਿ ਚੇਂਜ ਹੋ ਰਹੇ ਨੇ। ਪਰ ਇੱਥੇ ਇੱਕ ਚੀਜ਼ ਹੋਰ ਨੋਟ ਕੀਤੀ ਗਈ ਵੀ ਜਿਹੜਾ ਰੇਡੀਅਸ ਇੱਕ ਵਾਰ ਇੱਕ ਸਟੂਡੈਂਟ ਨੇ ਲੈ ਲਿਆ ਫਿਰ ਉਹ ਉਸ ਨੂੰ ਚੇਂਜ ਨਹੀਂ ਕਰ ਸਕਦਾ। ਪਰ ਇਹ ਸ਼ਰਤ x ਤੇ y 'ਤੇ ਲਾਗੂ ਨਹੀਂ ਹੁੰਦੀ। ਹਾਲਾਂਕਿ x ਤੇ y ਕੀ ਨੇ ਆਪਣੇ ਕੋਲ ਵੇਰੀਏਬਲਸ ਨੇ, ਚੇਂਜ ਹੋ ਇਹਨਾਂ ਦੀ ਵੀ ਵੈਲਿਊ ਰਹੀ ਹੈ, ਲੇਕਿਨ ਇਹਨਾਂ 'ਤੇ ਜਿਹੜੀ ਸ਼ਰਤ ਹੈ ਵੀ ਇਹ ਲਾਗੂ ਨਹੀਂ ਹੁੰਦੀ ਵੀ ਇੱਕ ਵਾਰ x ਤੇ y ਦੀ ਵੈਲਿਊ ਲੈ ਲਈ ਉਸ ਤੋਂ ਬਾਅਦ ਫਿਕਸ ਰਹੂਗੀ। ਇਹ ਸ਼ਰਤ ਇਹਨਾਂ 'ਤੇ ਨਹੀਂ ਲਾਗੂ ਹੁੰਦੀ, ਇਹ ਸ਼ਰਤ ਸਿਰਫ ਰੇਡੀਅਸ 'ਤੇ ਲਾਗੂ ਹੁੰਦੀ ਵੀ ਬੱਚਿਆਂ ਨੇ ਰੇਡੀਅਸ ਲੈ ਕੇ ਡਾਇਗਰਾਮ ਬਣਾ ਦਿੱਤੇ। ਹੁਣ ਵੈਲਿਊ ਜਿਹੜੀ ਆ ਉਹ x ਦੀ ਇੱਥੇ ਕੁਝ ਹੋਰ ਹੋਊਗੀ, ਇੱਥੇ ਕੁਝ ਹੋਰ ਹੋਵੇਗੀ, ਇੱਥੇ ਕੁਝ ਹੋਰ x ਦੀ ਵੈਲਿਊ ਹੋਵੇਗੀ, ਇੱਥੇ x ਦੀ ਵੈਲਿਊ ਕੁਝ ਹੋਰ ਹੋਵੇਗੀ। ਹਰ ਪੁਆਇੰਟ 'ਤੇ x ਦੀ ਵੈਲਿਊ ਜਿਹੜੀ ਆ ਉਹ ਕੰਟੀਨਿਊਸਲੀ ਚੇਂਜ ਹੋ ਰਹੀ ਹੈ ਅਤੇ ਸਾਨੂੰ ਨਹੀਂ ਪਤਾ ਕਿੰਨੀਆਂ ਵੈਲਿਊਜ਼ ਨੇ। ਪਰ r ਦੀ ਵੈਲਿਊ ਜਿਹੜੀ ਹੈ ਜੇ ਇੱਕ ਵਾਰ r2 ਲੈ ਲਿਆ ਸੈਂਟੀਮੀਟਰ ਤਾਂ r2 ਸੈਂਟੀਮੀਟਰ ਹੀ ਲਊਗਾ, ਲੇਕਿਨ ਸਾਨੂੰ ਇਹ ਨਹੀਂ ਪਤਾ ਵੀ ਪਹਿਲਾਂ r ਕਿੰਨਾ ਸੀ। ਤਾਂ r ਵੇਰੀਏਬਲ ਵੀ ਹੈ ਇੱਕ ਤਰੀਕੇ ਨਾਲ, ਕਿਉਂਕਿ ਅਲੱਗ-ਅਲੱਗ ਸਟੂਡੈਂਟ ਦਾ ਅਲੱਗ-ਅਲੱਗ r ਆ ਰਿਹਾ, ਤੇ r ਜਦੋਂ ਇੱਕ ਵਾਰ ਉਹਨਾਂ ਨੇ 2 ਸੈਂਟੀਮੀਟਰ ਚੂਜ਼ ਕਰ ਲਿਆ ਤਾਂ r ਇੱਕ ਫਿਰ ਉਹ ਕੌਂਸਟੈਂਟ ਵੀ ਹੈ। ਤਾਂ r ਦੇ ਵਿੱਚ ਦੋਨੇ ਹੀ ਕਰੈਕਟਰਿਸਟਿਕਸ ਨੇ, ਵੇਰੀਏਬਲ ਵਾਲੀ ਵੀ ਤੇ ਕੌਂਸਟੈਂਟ ਵਾਲੀ ਵੀ। ਲੇਕਿਨ ਅਗਰ ਗੱਲ ਕਰੀਏ ਸੈਂਟਰ ਦੀ ਤਾਂ ਸੈਂਟਰ ਇੱਥੇ ਕੀ ਆਪਣੇ ਕੋਲ ਫਿਕਸ ਹੈ। ਥਰਡ ਐਗਜ਼ਾਮਪਲ ਤੁਸੀਂ ਕਿਹਾ ਬੱਚਿਆਂ ਨੂੰ ਕਿ ਹੁਣ ਤੁਸੀਂ ਇਹੋ ਜਿਹਾ ਸਰਕਲ ਡਰਾਅ ਕਰਨਾ ਹੈ ਜਿਹਦਾ ਰੇਡੀਅਸ 3 ਹੈ। ਤਾਂ ਬੱਚਿਆਂ ਨੇ ਜਦੋਂ ਸਰਕਲ ਡਰਾਅ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਪੁੱਛਿਆ ਕਿ ਸਰ ਸੈਂਟਰ ਦਾ ਕੀ ਬਣੂਗਾ, ਅਸੀਂ ਸੈਂਟਰ ਕੀ ਲਈਏ।
ਤਾਂ ਤੁਸੀਂ ਕਿਹਾ ਵੀ ਸੈਂਟਰ ਜਿਹੜਾ ਤੁਸੀਂ ਆਪਦੀ ਮਰਜ਼ੀ ਦੇ ਨਾਲ ਕੋਈ ਵੀ ਚੂਜ਼ ਕਰ ਸਕਦੇ ਹੋ। ਤਾਂ ਸਟੂਡੈਂਟਸ ਨੇ ਕੀ ਕੀਤਾ, ਆਪਣੀ ਮਰਜ਼ੀ ਦੇ ਨਾਲ ਸੈਂਟਰ ਚੂਜ਼ ਕਰਕੇ 3 ਰੇਡੀਅਸ ਵਾਲਾ ਡਿਫਰੈਂਟ ਸਰਕਲ ਡਰਾ ਕਰਨੇ ਸ਼ੁਰੂ ਕਰ ਦਿੱਤੇ। ਕੁਝ ਸਰਕਲ ਇਸ ਤਰ੍ਹਾਂ ਦਾ ਸੀਗਾ, ਕਿਸੇ ਦਾ ਸਰਕਲ ਕੁਝ ਇਸ ਤਰ੍ਹਾਂ ਦਾ ਸੀਗਾ। ਤਾਂ ਡਿਫਰੈਂਟ ਸਰਕਲਸ ਜਿਹੜੇ ਨੇ 3 ਰੇਡੀਅਸ ਵਾਲੇ ਡਰਾ ਕਰਨੇ ਸ਼ੁਰੂ ਕਰ ਦਿੱਤੇ। ਹੁਣ ਜਿਹੜੀ ਸਰਕਲ ਦੀ ਰੇਡੀਅਸ ਹੈ ਉਹ ਤਾਂ ਸਾਰਿਆਂ ਦਾ 3 ਸੈਂਟੀਮੀਟਰ ਆਵੇਗਾ, ਲੇਕਿਨ ਸਭ ਦਾ ਜਿਹੜਾ ਸੈਂਟਰ ਹੈ ਉਹ ਕੀ ਹੈ, ਡਿਫਰੈਂਟ ਆਵੇਗਾ। ਕੋਈ ਸੈਂਟਰ ਕੁਝ ਲਵੇਗਾ, ਕੋਈ ਸੈਂਟਰ ਕੋਈ ਪੁਆਇੰਟ ਲਵੇਗਾ। ਤਾਂ ਇਸ ਕੇਸ ਦੇ ਵਿੱਚ ਸਾਡੇ ਕੋਲ ਕੀ ਹੈ, ਐਚ ਤੇ ਕੇ ਇਹ 2 ਵੇਰੀਏਬਲਸ ਨੇ। ਤੇ ਜਦੋਂ ਇੱਕ ਵਾਰ ਇਹਨਾਂ ਦੀ ਵੈਲਿਊ ਅਸੀਂ ਲੈ ਲਈ, ਫਿਕਸ ਕਰ ਲਿਆ ਸੈਂਟਰ ਨੂੰ, ਉਹ ਮੰਨ ਲਓ ਇੱਥੇ ਬੱਚਿਆਂ ਨੇ ਸੈਂਟਰ ਲੈ ਲਿਆ 2,3, ਇੱਥੇ ਬੱਚਿਆਂ ਨੇ ਸੈਂਟਰ ਲੈ ਲਿਆ 4,3, ਇੱਥੇ ਸੈਂਟਰ ਲੈ ਲਿਆ 7,5, ਕੁਝ ਵੀ ਲੈ ਲਿਆ ਪਲੱਸ ਮਾਈਨਸ ਜੋ ਵੀ ਉਹਨਾਂ ਨੂੰ ਅੱਛਾ ਲੱਗਿਆ। ਪਰ ਜਦੋਂ ਉਹਨਾਂ ਨੇ ਇੱਕ ਵਾਰ ਸੈਂਟਰ ਚੂਜ਼ ਕਰ ਲਿਆ, ਉਸ ਤੋਂ ਬਾਅਦ ਉਹਦੀ ਵੈਲਿਊ ਨਹੀਂ ਚੇਂਜ ਕਰ ਸਕਦੇ। ਪਰ ਇਹ ਸ਼ਰਤ ਐਕਸ ਤੇ ਵਾਈ ਵੇਰੀਏਬਲ ਤੇ ਲਾਗੂ ਨਹੀਂ ਹੁੰਦੀ। ਐਕਸ ਤੇ ਵਾਈ ਜਿਹੜੇ ਨੇ ਕੰਟੀਨਿਊਸਲੀ ਹਰ ਇੱਕ ਪੁਆਇੰਟ ਤੇ ਚੇਂਜ ਹੋ ਰਹੇ ਨੇ, ਚਾਹੇ ਉਹ ਸਰਕਲ ਫਸਟ ਹੈ, ਚਾਹੇ ਉਹ ਸਰਕਲ ਸੈਕਿੰਡ ਹੈ, ਚਾਹੇ ਉਹ ਸਰਕਲ ਥਰਡ ਹੈ। ਤਾਂ ਇਸ ਦਾ ਮਤਲਬ ਐਕਸ ਤੇ ਵਾਈ ਉਹ ਵੇਰੀਏਬਲਸ ਨੇ ਜਿਹੜੇ ਕੰਟੀਨਿਊਸਲੀ ਚੇਂਜ ਆਊਟ ਹੋ ਰਹੇ ਨੇ ਥਰੂ ਆਊਟ ਦਾ ਪ੍ਰੋਸੈਸ। ਲੇਕਿਨ ਐਚ ਤੇ ਕੇ ਕੀ ਨੇ, ਆਪਣੇ ਕੋਲ ਵੇਰੀਏਬਲਸ ਨੇ, ਲੇਕਿਨ ਇੱਕ ਵਾਰ ਜੇ ਇਹਨਾਂ ਦੀ ਵੈਲਿਊ ਫਿਕਸ ਕਰ ਦਈਏ ਤਾਂ ਉਸ ਤੋਂ ਬਾਅਦ ਇਹਨਾਂ ਦੀ ਵੈਲਿਊ ਚੇਂਜ ਨਹੀਂ ਹੋਣੀ। ਤਾਂ ਇਹਨਾਂ ਵਿੱਚ 2 ਆਪਣੇ ਕੋਲ ਕਰੈਕਟਰਿਸਟਿਕਸ ਨੇ, ਵੇਰੀਏਬਲ ਵਾਲੀ ਵੀ ਤੇ ਕੌਨਸਟੈਂਟ ਵਾਲੀ ਵੀ। ਤਾਂ ਇੱਥੋਂ ਸਾਨੂੰ ਇੱਕ ਚੀਜ਼ ਦਾ ਪਤਾ ਲੱਗਿਆ ਵੀ ਸਾਡੇ ਕੋਲ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਥਰੂ ਆਊਟ ਦਾ ਪ੍ਰੋਸੈਸ ਚੇਂਜ ਹੁੰਦੀਆਂ ਰਹਿੰਦੀਆਂ ਨੇ, ਕੁਝ ਕੁਆਂਟੀਟੀਜ਼ ਚੇਂਜ ਹੁੰਦੀਆਂ ਰਹਿੰਦੀਆਂ ਨੇ, ਕੁਝ ਕੁਆਂਟੀਟੀਜ਼ ਇਹੋ ਜਿਹੀਆਂ ਨੇ ਜਿਹੜੀਆਂ ਫਿਕਸ ਰਹਿੰਦੀਆਂ ਨੇ। ਜਿਵੇਂ ਗੱਲ ਕਰੀਏ ਇੱਥੇ 3 ਦੀ, ਤਾਂ 3 ਫਿਕਸ ਹੈ, ਸ਼ੁਰੂ ਤੋਂ ਲੈ ਕੇ ਐਂਡ ਤੱਕ 3 ਫਿਕਸ ਹੈ। ਤੇ ਕੁਝ ਕੁਆਂਟੀਟੀਜ਼ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਪਹਿਲਾਂ ਸਾਨੂੰ ਨਹੀਂ ਪਤਾ ਹੁੰਦਾ ਕੀ ਹੋਊਗੀ ਵੈਲਿਊ, ਪਰ ਜਿਨ੍ਹਾਂ ਨੂੰ ਇੱਕ ਵਾਰ ਫਿਕਸ ਕਰ ਦਿੱਤਾ ਪਰ ਉਸ ਤੋਂ ਬਾਅਦ ਉਹਨਾਂ ਦੀ ਵੈਲਿਊ ਜਿਹੜੀ ਹੈ ਕੌਨਸਟੈਂਟ ਰਹੂਗੀ, ਚੇਂਜ ਨਹੀਂ ਕਰ ਸਕਦੇ। ਤਾਂ ਇਹਨਾਂ ਸਭ ਦੇ ਬਾਰੇ ਜਿਹੜਾ ਅਸੀਂ ਹੁਣ ਡਿਸਕਸ ਕਰਾਂਗੇ ਇਹਨਾਂ ਐਗਜ਼ਾਮਪਲਸ ਨੂੰ ਸਮਝਣ ਤੋਂ ਬਾਅਦ। ਇਹਨਾਂ ਐਗਜ਼ਾਮਪਲਸ ਨੂੰ ਥੋੜ੍ਹਾ ਬਹੁਤ ਸਮਝਣ ਤੋਂ ਬਾਅਦ ਹੁਣ ਅਸੀਂ ਡਿਫਰੈਂਸ ਵੱਲ ਵੱਧਦੇ ਹਾਂ, ਜੋ ਕਿ ਸਾਡਾ ਕਰਵ ਤੇ ਫੈਮਿਲੀ ਆਫ ਕਰਵ ਦਾ ਡਿਫਰੈਂਸ ਹੈ। ਫਸਟ ਇਕੁਏਸ਼ਨ ਨੂੰ ਦੇਖੋ ਤਾਂ ਫਸਟ ਇਕੁਏਸ਼ਨ ਉਸ ਸਰਕਲ ਦੀ ਹੈ ਜਿਹਦੇ ਵਿੱਚ ਸਾਡੇ ਕੋਲ ਸੈਂਟਰ ਦੇ ਰੱਖਿਆ 0 0 ਤੇ ਰੇਡੀਅਸ ਦੇ ਰੱਖਿਆ 2। ਐਕਸ ਤੇ ਵਾਈ ਸਾਡੇ ਕੋਲ ਕੀ ਦੇ ਰੱਖੇ ਨੇ, ਵੇਰੀਏਬਲਸ ਦੇ ਰੱਖੇ ਨੇ, ਜਿਨ੍ਹਾਂ ਦੀ ਵੈਲਿਊ ਕੰਟੀਨਿਊਸਲੀ ਚੇਂਜ ਹੋ ਰਹੀ ਹੈ ਸਰਕਲ ਦੇ ਉੱਪਰ, ਕਰਵ ਦੇ ਉੱਪਰ ਕੰਟੀਨਿਊਸਲੀ ਇਹਨਾਂ ਦੀ ਵੈਲਿਊ ਚੇਂਜ ਹੋ ਰਹੀ ਹੈ। ਹਰ ਇੱਕ ਪੁਆਇੰਟ ਦੇ ਉੱਪਰ ਐਕਸ ਅਲੱਗ ਹੋਊਗਾ, ਵਾਈ ਅਲੱਗ ਹੋਊਗਾ, ਐਕਸ ਅਲੱਗ ਹੋਊਗਾ, ਵਾਈ ਅਲੱਗ ਹੋਊਗਾ, ਇਸ ਤਰ੍ਹਾਂ ਵੈਲਿਊਜ਼ ਚੇਂਜ ਹੋ ਰਹੀਆਂ ਨੇ। ਤੇ ਤਾਂ ਹੀ ਕਰਕੇ ਅਸੀਂ ਐਕਸ ਤੇ ਵਾਈ ਨੂੰ ਕੀ ਕਹਿੰਦੇ ਆ, ਵੇਰੀਏਬਲਸ। ਸੀ ਤੇ ਆਰ ਜਿਹੜੇ ਕਿ ਫਿਕਸਡ ਨੇ, ਸਾਡੀ ਡਾਇਗਰਾਮ ਕਰਵ ਬਣਨ ਤੋਂ ਪਹਿਲਾਂ ਹੀ ਅਸੀਂ ਸੀ ਤੇ ਆਰ ਨੂੰ ਫਿਕਸ ਕਰ ਲਿਆ। ਇਹਨਾਂ ਨੂੰ ਰਾਜੇ ਬੋਲਦੇ ਨੇ ਪਰਮਾਨੈਂਟ ਕੌਨਸਟੈਂਟ। ਸੀ ਤੇ ਆਰ ਕੀ ਨੇ, ਆਪਣੇ ਕੋਲ ਪਰਮਾਨੈਂਟ ਕੌਨਸਟੈਂਟ। ਸਿਰਫ ਮੈਂ ਫਸਟ ਇਕੁਏਸ਼ਨ ਦੀ ਗੱਲ ਕਰ ਰਿਹਾ, ਜਿਹੜੇ ਅੱਗੇ ਸਾਡੇ ਕੋਲ ਐਗਜ਼ਾਮਪਲਸ ਨੇ ਉਹਨਾਂ ਵਾਸਤੇ ਪਰਮਾਨੈਂਟ ਕੌਨਸਟੈਂਟ ਅਲੱਗ ਹੋਣਗੇ। ਸਿਰਫ ਮੈਂ ਫਸਟ ਇਕੁਏਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਸਰਕਲ ਜਿਹੜਾ ਅਸੀਂ ਡਰਾ ਕੀਤਾ ਸੀਗਾ ਜਿਹਦਾ ਸੈਂਟਰ 0 0 ਹੈ, ਰੇਡੀਅਸ 2 ਹੈ, ਉਹਦੀ ਗੱਲ ਕਰ ਰਿਹਾ। ਉਹਦੇ ਵਾਸਤੇ ਸੀ ਤੇ ਆਰ ਕੀ ਨੇ, ਪਰਮਾਨੈਂਟ ਕੌਨਸਟੈਂਟ। ਹੁਣ ਅਸੀਂ ਅਗਰ ਦੇਖੀਏ ਸੈਕਿੰਡ ਇਕੁਏਸ਼ਨ ਨੂੰ, ਤਾਂ ਸੈਕਿੰਡ ਇਕੁਏਸ਼ਨ ਤੋਂ ਬਣਨ ਵਾਲੇ ਸਰਕਲ ਦੇ ਵਿੱਚ ਸਾਡੇ ਕੋਲ ਕਿਹੜੀ ਟਰਮਸ ਜਿਹੜੀਆਂ ਨੇ ਪਰਮਾਨੈਂਟ ਰਹੀਆਂ, ਪਰਮਾਨੈਂਟ ਕੌਨਸਟੈਂਟ ਰਹੀਆਂ। ਤਾਂ ਅਸੀਂ ਦੇਖ ਰਹੇ ਹਾਂ ਵੀ x -0 y -0 ਦਾ ਹੋਲ ਸਕੁਆਇਰ। ਕਹਿਣ ਦਾ ਮਤਲਬ ਸੈਂਟਰ ਜਿਹੜਾ ਹੈ ਸਾਡੇ ਕੋਲ ਇੱਥੇ ਓਰੀਜਨ ਹੈ, ਜਿਵੇਂ ਕਿ ਸਾਨੂੰ ਐਗਜ਼ਾਮਪਲ ਦੇ ਵਿੱਚ ਕਿਹਾ ਗਿਆ ਸੀ। ਤੇ ਜਿਹੜਾ ਸਾਡੇ ਕੋਲ x ਤੇ y ਹੈ ਉਹ ਕੀ ਹੈ, ਆਪਣੇ ਕੋਲ ਵੇਰੀਏਬਲਸ ਨੇ ਜਿਨ੍ਹਾਂ ਦੀ ਵੈਲਿਊ ਕੰਟੀਨਿਊਸਲੀ ਚੇਂਜ ਹੋ ਰਹੀ ਹੈ ਥਰੂ ਆਊਟ ਦਾ ਕਰਵ। ਪਰ ਇੱਥੇ ਅਗਰ ਗੱਲ ਕਰੀਏ ਰੇਡੀਅਸ ਦੀ, ਇਹ ਆਪਣੇ ਕੋਲ ਕੀ ਹੈ, ਪਰਮਾਨੈਂਟ ਕੌਨਸਟੈਂਟ, ਜਿਹਨੂੰ ਮੈਂ PC ਨਾਲ ਲਿਖ ਰਿਹਾ। ਅਗਰ ਗੱਲ ਕਰੀਏ ਰੇਡੀਅਸ ਦੀ, ਤਾਂ ਰੇਡੀਅਸ ਦੀ ਵੈਲਿਊ ਅਸੀਂ ਕਿਹਾ ਸੀਗਾ ਕਿ 2 ਕਰੈਕਟਰਿਸਟਿਕਸ ਸ਼ੋ ਕਰ ਰਹੀਆਂ ਨੇ। ਇੱਕ ਕਰੈਕਟਰਿਸਟਿਕ ਸ਼ੋ ਕਰ ਰਹੀ ਹੈ ਵੇਰੀਏਬਲ ਦਾ, ਕਿਉਂਕਿ ਹਰ ਬੱਚੇ ਵਾਸਤੇ ਆਰ ਦੀ ਵੈਲਿਊ ਡਿਫਰੈਂਟ ਹੋਵੇਗੀ। ਇੱਕ ਕਰੈਕਟਰਿਸਟਿਕ ਸ਼ੋ ਕਰ ਰਹੀ ਹੈ ਕੌਨਸਟੈਂਟ ਦਾ, ਕਿਉਂਕਿ ਇੱਕ ਵਾਰ ਜੇ ਆਰ ਦੀ ਵੈਲਿਊ ਅਸੀਂ ਸਪੋਜ਼ ਕਰ ਲਈ, ਉਸ ਤੋਂ ਬਾਅਦ ਉਹਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਤਾਂ ਜੋ ਟਰਮ ਦੋਨੇ ਕਰੈਕਟਰਿਸਟਿਕ ਸ਼ੋ ਕਰਦੀਆਂ ਨੇ, ਵੇਰੀਏਬਲ ਵੀ ਤੇ ਕੌਨਸਟੈਂਟ ਵੀ, ਉਸ ਨੂੰ ਅਸੀਂ ਆਰਬਿਟਰੇਰੀ ਕੌਨਸਟੈਂਟ ਬੋਲਦੇ ਹਾਂ। ਉਸ ਨੂੰ ਅਸੀਂ ਕੀ ਬੋਲਦੇ ਹਾਂ, ਆਰਬਿਟਰੇਰੀ ਕੌਨਸਟੈਂਟ। ਤਾਂ ਕੌਨਸਟੈਂਟ ਪਰਮਾਨੈਂਟ ਵੀ ਹੋ ਸਕਦਾ, ਕੌਨਸਟੈਂਟ ਆਰਬਿਟਰੇਰੀ ਕੌਨਸਟੈਂਟ ਵੀ ਹੋ ਸਕਦਾ। ਤਾਂ ਇਸ ਚੀਜ਼ ਦਾ ਜਿਹੜਾ ਧਿਆਨ ਰੱਖਣਾ ਕਿ ਤੁਸੀਂ ਕਿਹੜੀ ਟਰਮ ਦੀ ਗੱਲ ਕਰ ਰਹੇ ਹੋ। ਹੁਣ ਦੇਖੋ ਆਰ ਦੀ ਵੈਲਿਊ ਰਾਜੇ ਇੱਕ ਵਾਰ ਫਿਕਸ ਹੋ ਗਈ, ਉਸ ਤੋਂ ਚੇਂਜ ਨਹੀਂ ਹੋਣੀ, ਲੇਕਿਨ ਹਰ ਸਟੂਡੈਂਟਸ ਵਾਸਤੇ ਉਹ ਵੈਲਿਊ ਕੀ ਹੋਊਗੀ, ਵੇਰੀਏਬਲ ਹੋਊਗੀ। ਤਾਂ ਇਕੁਏਸ਼ਨ 2 ਦੇ ਵਿੱਚ ਸਾਡੇ ਕੋਲ ਇੱਕ ਆਰਬਿਟਰੇਰੀ ਕੌਨਸਟੈਂਟ ਹੈ। ਅੱਗੇ ਵਧਦੇ ਹਾਂ ਇਕੁਏਸ਼ਨ 3 ਦੇ ਵੱਲ। ਇਕੁਏਸ਼ਨ 3 ਦੇ ਵਿੱਚ ਅਸੀਂ ਧਿਆਨ ਦਈਏ ਤਾਂ ਸਾਡੇ ਕੋਲ x ਤੇ y ਕੀ ਨੇ, ਵੇਰੀਏਬਲਸ ਨੇ। ਫਿਰ ਕਿਉਂਕਿ ਉਹਨਾਂ ਦੀ ਵੈਲਿਊ ਕੌਨਸਟੈਂਟਲੀ ਚੇਂਜ ਹੋ ਰਹੀ ਹੈ। ਉਸ ਤੋਂ ਬਾਅਦ ਅਗਰ ਗੱਲ ਕਰੀਏ ਰੇਡੀਅਸ ਦੀ, ਰੇਡੀਅਸ ਸਾਨੂੰ 3 ਦੇ ਰੱਖਿਆ, ਸਰਕਲ ਦਾ ਰੇਡੀਅਸ ਕੀ ਦੇ ਰੱਖਿਆ 3, ਜਿਹੜਾ ਕਿ ਪਰਮਾਨੈਂਟ ਕੌਨਸਟੈਂਟ ਹੈ ਥਰੂ ਆਊਟ ਦਾ
ਕਰਵ ਥਰੂ ਆਊਟ ਦਾ ਸਰਕਲ, ਕਿਤੇ ਵੀ ਚਲੇ ਜਾਓ, ਕਿਸੇ ਵੀ ਪੁਆਇੰਟ ਤੇ ਚਲੇ ਜਾਓ ਸਰਕਲ ਦੀ ਕਰਵ ਤੇ, ਤਾਂ ਉਸ ਤੇ ਸਾਨੂੰ ਜਿਹੜਾ ਰੇਡੀਅਸ 3 ਨਜ਼ਰ ਆਵੇਗਾ, ਸੌਰੀ 3 ਹੋਵੇਗਾ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਸੈਂਟਰ ਦੀ, ਤਾਂ ਸੈਂਟਰ ਸਾਨੂੰ ਕੀ ਦੇ ਰੱਖਿਆ h, k। ਤਾਂ ਸੈਂਟਰ ਜਿਹੜਾ ਹੈ ਹੁਣ h, k ਹਰ ਸਟੂਡੈਂਟ ਵਾਸਤੇ ਕੀ ਹੋਊਗਾ, ਵੇਰੀਏਬਲ ਹੋਊਗਾ। ਕਹਿਣ ਦਾ ਮਤਲਬ ਇੱਕ ਸਟੂਡੈਂਟ ਦਾ h ਕੁਝ ਹੋਊਗਾ, k ਕੁਝ ਹੋਊਗਾ। ਦੂਸਰੇ ਸਟੂਡੈਂਟ ਵਾਸਤੇ ਐਚ ਕੇ ਦੀ ਵੈਲਿਊ ਅਲੱਗ ਹੋਣਗੇ, ਤੀਸਰੇ ਸਟੂਡੈਂਟਸ ਵਾਸਤੇ ਐਚ ਕੇ ਦੀ ਅਲੱਗ ਵੈਲਿਊ ਹੋਣਗੇ, ਕਿਉਂਕਿ ਉਹ ਅਲੱਗ-ਅਲੱਗ ਸਪੋਜ਼ ਕਰਨਗੇ। ਜੇਕਰ ਗੱਲ ਕਰੀਏ ਜਦੋਂ ਉਹਨਾਂ ਨੇ ਸਪੋਜ਼ ਕਰ ਲਈ ਉਹ ਵੈਲਿਊ, ਤਾਂ ਉਹ ਕੀ ਹੋਊਗੀ, ਕੌਨਸਟੈਂਟ ਵੈਲਿਊ ਹੋਊਗੀ। ਤਾਂ ਰਾਜੇ ਇੱਥੇ ਆਪਣੇ ਕੋਲ ਐਚ ਤੇ ਕੇ ਦੋ ਕੀ ਨੇ, ਆਰਬਿਟਰੇਰੀ ਕੌਨਸਟੈਂਟਸ ਨੇ। ਤਾਂ ਇਸ ਥਰਡ ਇਕੁਏਸ਼ਨ ਦੇ ਵਿੱਚ ਸਾਡੇ ਕੋਲ 2 ਆਰਬਿਟਰੇਰੀ ਕੌਨਸਟੈਂਟ ਨੇ। ਹੁਣ ਤੁਸੀਂ ਇੱਕ ਗੱਲ ਧਿਆਨ ਦੇਖੋ ਕਿ ਅਸੀਂ ਡਿਫਰੈਂਸ ਨੂੰ ਕਿਸ ਤਰ੍ਹਾਂ ਜਸਟੀਫਾਈ ਕਰਾਂਗੇ। ਇਹ ਸਾਰੀਆਂ ਟਰਮਸ ਸੀਗੀਆਂ। ਹੁਣ ਅਸੀਂ ਡੈਫੀਨੇਸ਼ਨ ਦੇਣੀ ਹੋਵੇ ਫੈਮਿਲੀ ਆਫ ਕਰਵਸ ਦੀ, ਤਾਂ ਕਿਸ ਤਰ੍ਹਾਂ ਅਸੀਂ ਦੇ ਸਕਦੇ ਹਾਂ। ਕਰਵ ਦੀ ਡੈਫੀਨੇਸ਼ਨ ਅਸੀਂ ਡਿਸਕਸ ਕੀਤੀ ਕਿ ਉਹ ਪਾਥ ਟਰੇਸ ਕਰ ਲਾਂਗੇ, ਜਿਹੜੇ ਪਾਥ ਜਿਹੜਾ ਪੁਆਇੰਟ ਦੁਆਰਾ ਬਣਾਇਆ ਗਿਆ ਜਦੋਂ ਕੰਟੀਨਿਊਸਲੀ ਚੇਂਜ ਹੋ ਰਿਹਾ ਸੀ। ਲੇਕਿਨ ਫੈਮਿਲੀ ਆਫ ਕਰਵਸ ਨੂੰ ਕਿਸ ਤਰ੍ਹਾਂ ਅਸੀਂ ਡੈਫੀਨੇਸ਼ਨ ਦੇ ਵਿੱਚ ਲਿਖਾਂਗੇ ਜਾਂ ਡੈਫੀਨੇਸ਼ਨ 'ਚ ਜਸਟੀਫਾਈ ਕਰਾਂਗੇ, ਉਹਦੇ ਬਾਰੇ ਗੱਲ ਕਰਦੇ ਹਾਂ। ਤਾਂ ਤੁਸੀਂ ਚਾਹੋ ਲਿਖ ਵੀ ਸਕਦੇ ਹੋ, ਮੈਂ ਬੋਲ ਕੇ ਦੱਸ ਦਿੰਦਾ। ਸਭ ਤੋਂ ਪਹਿਲਾਂ ਕਰਵ ਦੀ ਗੱਲ ਕਰੀਏ ਤਾਂ ਕਰਵ ਕੀ ਹੈ। ਫਸਟ ਇਕੁਏਸ਼ਨ ਨੂੰ ਦੇਖੋ, ਫਸਟ ਇਕੁਏਸ਼ਨ 'ਚ ਸਾਡੇ ਕੋਲ 0 ਕੋ ਆਰਬਿਟਰੀ ਕੌਨਸਟੈਂਟ ਹੈ, ए बी लिख देना, 0 ए बी है साढ़े कोल। सैकेंड इक्वेशन दे विच साढ़े कोल 1 ए बी है, की है वो अपने कोल रेडियस। थर्ड इक्वेशन च अपने कोल 2 ए बी ने, किहड़े किहड़े एच कॉमा के। हुण तुसीं करव की डेफिनेशन लिखो, कहंदे सिंगल मैंबर करव की है, सिंगल मैंबर when an equation between x and y variables, single member when an equation between x and y variables has no arbitrary constant। ਜਿਹੜੀ ਸਿੰਗਲ ਮੈਂਬਰ ਇਕੁਏਸ਼ਨ x ਤੇ y ਵੇਰੀਏਬਲ ਦੇ ਵਿੱਚ ਹੈ ਤੇ ਜਿਹਦੇ ਵਿੱਚ ਕੋਈ ਵੀ ਆਰਬਿਟਰੀ ਕੌਨਸਟੈਂਟ ਨਹੀਂ ਹੈ, ਉਸ ਨੂੰ ਅਸੀਂ ਕਰਵ ਕਹਿੰਦੇ ਆ ਇਨ XY ਪਲੇਨ। ਠੀਕ ਹੈ ਜੀ। ਫੈਮਿਲੀ ਆਫ ਕਰਵ ਕੀ ਹੈ। ਹੁਣ ਦੇਖੋ ਫੈਮਿਲੀ, ਇੱਕ ਪਰਿਵਾਰ, ਤਾਂ ਇੱਕ ਪਰਿਵਾਰ ਦੇ ਵਿੱਚ ਬਹੁਤ ਸਾਰੇ ਸਦੱਸਿਆ ਹੁੰਦੇ ਨੇ। ਬਹੁਤ ਸਾਰੇ ਸਦੱਸਿਆ ਹੋਣ ਦੇ ਬਾਵਜੂਦ ਵੀ ਉਹਨਾਂ ਵਿੱਚ ਸਿਮਿਲੈਰਿਟੀਜ਼ ਹੁੰਦੀਆਂ ਨੇ। ਦੇਖੋ ਕਈ ਵਾਰ ਕੀ ਹੁੰਦਾ, 2 ਭਰਾ ਹੁੰਦੇ ਨੇ, ਦੋਨਾਂ ਭਰਾਵਾਂ ਨੂੰ ਜਿਹੜਾ ਕੁਝ ਕਾਮਨ ਚੀਜ਼ ਪਸੰਦ ਹੁੰਦੀ ਹੈ ਖਾਣ ਵਾਸਤੇ, ਤੇ ਕਈ ਵਾਰ ਕੀ ਹੁੰਦਾ ਗਾ 3 ਫੈਮਿਲੀ ਮੈਂਬਰਸ ਹੁੰਦੇ ਨੇ ਤੇ ਤਿੰਨਾਂ ਨੂੰ ਹੀ ਕੁਝ ਨਹੀਂ ਪਸੰਦ ਹੁੰਦਾ ਗਾ ਖਾਣ ਵਾਸਤੇ ਨਾ ਕਾਮਨ। ਤਾਂ ਇਹ ਕੀ ਆ, ਫੈਮਿਲੀ ਵਿੱਚ ਕੀ ਹੁੰਦਾ, ਸਾਡੇ ਕੋਲ ਸਿਮਿਲੈਰਿਟੀਜ਼ ਹੁੰਦੀਆਂ ਨੇ, ਡਿਸਸਿਮਿਲੈਰਿਟੀਜ਼ ਵੀ ਹੁੰਦੀਆਂ ਨੇ। ਤਾਂ ਫੈਮਿਲੀ ਉਹ ਹੈ, ਫੈਮਿਲੀ ਆਫ ਕਰਵਸ ਉਹ ਕਰਵ ਹੈ ਜਿਸ ਕਰਵ ਦੇ ਵਿੱਚ ਸਿਮਿਲੈਰਿਟੀਜ਼ ਵੀ ਨੇ, ਡਿਸਸਿਮਿਲੈਰਿਟੀਜ਼ ਵੀ ਨੇ। ਅਗਰ ਗੱਲ ਕਰੀਏ ਸੈਕਿੰਡ ਇਕੁਏਸ਼ਨ ਦੀ, ਤਾਂ ਸੈਕਿੰਡ ਇਕੁਏਸ਼ਨ ਦੇ ਵਿੱਚ ਅਗਰ ਅਸੀਂ ਦੇਖੀਏ ਵੀ ਇੱਕ ਬੱਚਾ ਰੇਡੀਅਸ ਮੰਨ ਲਓ x² + y² = 2 ਲੈ ਰਿਹਾ, ਮਤਲਬ ਰੇਡੀਅਸ 2 ਹੈ, ਤੇ ਇੱਕ ਬੱਚਾ ਸਾਡੇ ਕੋਲ ਮੰਨ ਲਓ ਰੇਡੀਅਸ 4 ਲੈ ਰਿਹਾ। ਤਾਂ ਹੁਣ ਆ ਹੈ ਤਾਂ ਦੋਨੇ ਅਲੱਗ-ਅਲੱਗ ਸਰਕਲ, ਦੋਨੇ ਸਰਕਲ ਅਲੱਗ-ਅਲੱਗ ਨੇ, ਲੇਕਿਨ ਇਹਨਾਂ ਦੋਨਾਂ ਵਿੱਚ ਇੱਕ ਸਿਮਿਲੈਰਿਟੀ ਹੈ। ਸਿਮਿਲੈਰਿਟੀ ਕੀ ਹੈ ਕਿ ਇਹਨਾਂ ਦੋਨਾਂ ਦੇ ਸੈਂਟਰ ਸੇਮ ਹੈ। ਤੇ ਇਹਨਾਂ ਦੋਨਾਂ ਵਿੱਚ ਇੱਕ ਡਿਸਸਿਮਿਲੈਰਿਟੀ ਹੈ। ਡਿਸਸਿਮਿਲੈਰਿਟੀ ਕੀ ਹੈ, ਇਹਨਾਂ ਦੋਨਾਂ ਦੇ ਰੇਡੀਅਸ ਕੀ ਨੇ, ਅਲੱਗ-ਅਲੱਗ ਨੇ, ਤਾਂ ਹੀ ਕਰਕੇ ਇਹ ਫੈਮਿਲੀ ਹੈ। ਪਰ ਜਦੋਂ ਅਸੀਂ ਗੱਲ ਕਰੀਏ ਫਸਟ ਇਕੁਏਸ਼ਨ ਦੀ, ਤਾਂ ਫਸਟ ਇਕੁਏਸ਼ਨ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੈ। ਉਹਨਾਂ ਵਿੱਚ ਸਿਰਫ ਸਿੰਗਲ ਮੈਂਬਰ ਹੀ ਹੈ, ਉਹੀ ਮੈਂਬਰ ਹੈ, ਉਹੀ ਰੇਡੀਅਸ ਹੈ, ਉਹੀ ਸਾਡੇ ਕੋਲ ਸੈਂਟਰ ਹੈ। ਥਰਡ ਇਕੁਏਸ਼ਨ ਵੱਲ ਧਿਆਨ ਦਈਏ ਤਾਂ ਥਰਡ ਐਗਜ਼ਾਮਪਲ ਦੇ ਵਿੱਚ ਅਸੀਂ ਦੇਖੀਏ ਤਾਂ ਸਿਮਿਲੈਰਿਟੀਜ਼ ਕੀ ਨੇ, ਥੋੜਾ ਜਿਹਾ ਇੱਥੇ ਕਲੀਅਰ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਦੇਖੋ, ਮੰਨ ਲਓ ਸਾਡੇ ਕੋਲ ਜਿਹੜਾ ਹੈ ਸੈਂਟਰ, ਫਸਟ ਸਟੂਡੈਂਟ ਨੇ ਸੈਂਟਰ 2,3 ਲੈ ਲਿਆ, ਮਤਲਬ h ਦੀ ਵੈਲਿਊ 2 ਤੇ k ਦੀ ਵੈਲਿਊ 3 ਲੈ ਲਈ। ਸੈਕਿੰਡ ਸਟੂਡੈਂਟ ਹੈ ਜਿਹੜਾ C2 ਜਿਹੜਾ ਹੈ ਸਟੂਡੈਂਟ, ਉਹਨੇ 3,7 ਲੈ ਲਿਆ ਜਾਂ 4,7 ਲੈ ਲਓ। ਬਿਲਕੁਲ ਹੀ ਆਪਾਂ ਡਿਫਰੈਂਟ ਲੈ ਕੇ ਚੱਲਦੇ ਐਗਜ਼ਾਮਪਲ। ਹੁਣ ਜਿਹੜਾ C1 ਹੋਊਗਾ, ਫਸਟ ਸਟੂਡੈਂਟ ਹੋਊਗਾ, ਉਹਦਾ ਜਿਹੜਾ ਸਰਕਲ ਹੋਊਗਾ ਉਹਦਾ ਸੈਂਟਰ ਜਿਹੜਾ 2,3 ਹੋਵੇਗਾ। ਸੈਕਿੰਡ ਸਟੂਡੈਂਟ ਆ, ਉਹਦਾ ਸਰਕਲ ਜਿਹੜਾ ਉਹਦਾ ਸੈਂਟਰ ਜਿਹੜਾ ਉਹਦਾ 4,7 ਹੋਵੇਗਾ। ਤਾਂ ਇਹਨਾਂ ਦੋਨਾਂ ਵਿੱਚ ਦੇਖੋ ਡਿਸਿਮਿਲੈਰਿਟੀ ਕੀ ਹੈ, ਸੈਂਟਰ ਦੀ ਡਿਸਿਮਿਲੈਰਿਟੀ ਹੈ, ਪਰ ਦੋਨਾਂ ਦੇ ਜਿਹੜੇ ਰੇਡੀਅਸ ਹੋਣਗੇ ਉਹ ਕੀ ਹੋਣਗੇ, 3 ਹੋਣਗੇ। ਤਾਂ ਇਹਨਾਂ ਵਿੱਚ ਦੇਖੋ ਡਿਸਿਮਿਲੈਰਿਟੀਜ਼ ਵੀ ਨੇ, ਸਿਮਿਲੈਰਿਟੀਜ਼ ਵੀ ਨੇ। ਤਾਂ ਜਿੱਥੇ ਡਿਸਿਮਿਲੈਰਿਟੀ ਤੇ ਸਿਮਿਲੈਰਿਟੀ ਦੋਨੇ ਆ ਜਾਂਦੀਆਂ ਨੇ, ਉੱਥੇ ਅਸੀਂ ਬੋਲਦੇ ਹਾਂ ਵੀ ਇੱਕ ਫੈਮਿਲੀ ਬਣ ਜਾਂਦੀ ਹੈ। ਇਸੇ ਕਰਕੇ ਜਦੋਂ ਕਰਵਸ ਦੇ ਵਿੱਚ ਡਿਸਿਮਿਲੈਰਿਟੀ ਸਿਮਿਲੈਰਿਟੀ ਹੋਣ ਦੀਆਂ ਪੋਸੀਬਿਲਿਟੀਜ਼ ਹੈਗੀਆਂ ਨੇ, ਤਾਂ ਉਸ ਨੂੰ ਅਸੀਂ ਫੈਮਿਲੀ ਆਫ ਕਰਵਸ ਬੋਲਦੇ ਨੇ। ਦੂਸਰੀ ਗੱਲ, ਜਿਹੜੀ ਕਰਵ ਹੈ ਉਹ ਸਿੰਗਲ ਮੈਂਬਰ ਹੁੰਦੀ ਹੈ, ਉਹਦੇ ਵਿੱਚ ਆਰਬਿਟਰਰੀ ਕੌਨਸਟੈਂਟ ਨਹੀਂ ਹੁੰਦਾ ਗਾ, ਤੇ ਜਿਹੜੀ ਫੈਮਿਲੀ ਆਫ ਕਰਵ ਹੁੰਦੀ ਹੈ ਉਹਦੇ ਵਿੱਚ ਆਰਬਿਟਰਰੀ ਕੌਨਸਟੈਂਟ ਹੁੰਦੇ ਨੇ। ਜਿਵੇਂ ਕਿ ਇਕੁਏਸ਼ਨ 2 ਤੇ ਇਕੁਏਸ਼ਨ 3 ਇਹ ਆਪਣੇ ਕੋਲ ਫੈਮਿਲੀ ਆਫ ਕਰਵਸ ਨੇ। ਫੈਮਿਲੀ ਆਫ ਕਰਵਸ ਕਿਹਦੀਆਂ ਨੇ, ਸਰਕਲ ਦੇ। ਤਾਂ ਹੁਣ ਤੱਕ ਅਸੀਂ ਇਹ ਤਿੰਨੇ ਇਕੁਏਸ਼ਨਸ ਡਿਸਕਸ ਕੀਤੀਆਂ, ਤੇ ਇਹਨੇ ਤਿੰਨੇ ਇਕੁਏਸ਼ਨਸ ਦੇ ਵਿੱਚ ਅਸੀਂ ਫੈਮਿਲੀ ਤੇ ਕਰਵ ਦੇ ਵਿੱਚ ਡਿਫਰੈਂਸ ਵੀ ਡਿਸਕਸ ਕੀਤਾ।
फस्ट जी इक्वेशन है ये असीं देखिया भी कोई भी आर्बिटरी कॉन्सटेंट नहीं है, इस करके असीं इनू नाम दिता कर्व का नाम दिता या फिर आप कह सकते इक्वेशन ऑफ सर्कल का नाम दिता, पर यह साडे कोल फैमिली नहीं है। सैकेंड इक्वेशन के असीं देखिया भी साडे कोल एक आर्बिटरी कॉन्सटेंट आ रहा है जिदे करके साडे कोल फैमिली बन रही है और ऑफ सर्कल विद सेंटर 0 0। वो सर्कल है जिसका सेंटर 0 0 है, तो ये फैमिली बन रही है क्योंकि ये बहुत सारिया सिमिलरिटीज़ ने, बहुत सारिया एक डिसिमिलरिटीज़ भी ने। तो जदों साडे कोल एक पैरामीटर आता है या फिर एक आर्बिटरी कॉन्सटेंट आता है तो उसनों असीं बोलते हैं वन पैरामीटर फैमिली, वन पैरामीटर फैमिली ऑफ कर्व या फिर वन पैरामीटर फैमिली भी कह दें। जो साडे कोल एक आर्बिटरी कॉन्सटेंट आता है तो उसनों असीं वन पैरामीटर फैमिली बोलते हैं। तो इक्वेशन 2 दे विच जिहड़ा सर्कल बन रहा है वो साडे कोल वन पैरामीटर फैमिली कर्व बना रहा है। जिहड़ा साडे कोल थर्ड इक्वेशन है ये साडे कोल दो आर्बिटरी कॉन्सटेंट आ रहे हैं, तो ये करके असीं इसनूं की बोलते हैं टू पैरामीटर फैमिली, टू पैरामीटर फैमिली, क्योंकि दो पैरामीटर्स ने, दो डिसाइडिंग साडे कोल करैक्टरिस्टिक्स ने एच ते के, जिन्ना करके असीं इसनूं टू पैरामीटर फैमिली का नाम दिंदे हैं। उस तो बाद साडे कोल कुछ एग्जाम्पल्स ने जिन्होंने डिस्कस करते हैं, देखते हैं कि सानू पता लग्या कि नहीं कि किसनों कर्व बोलांगे या किसनों फैमिली बोलांगे। तो एग्जाम्पल्स ने असीं दसना है भी किहड़ी एग्जाम्पल फैमिली नूं रिप्रजेंट कर रही है, किहड़ी एग्जाम्पल कर्व नूं रिप्रजेंट कर रही है। फस्ट एग्जाम्पल है साडे कोल 2x - y + 3 = 0 रिप्रजेंट्स। असीं दसना है कि 2x - y + 3 = 0 इक्वेशन किनूं रिप्रजेंट कर रही है। सब तो पहला असीं अगर चैक करिए तो ये एक भी आर्बिटरी कॉन्सटेंट नहीं है, जीरो आर्बिटरी कॉन्सटेंट। तो यदा मतलब ये अपने कोल की है कर्व है, किहड़ी कर्व है, स्ट्रेट लाइन। तो आपां नूं ये रिप्रजेंट कर रही है इक्वेशन ऑफ स्ट्रेट लाइन। सैकेंड एग्जाम्पल के साडे कोल 2x - y + c = 0 दे रखा है। सी जिहड़ा है अपने कोल हर स्टूडेंट्स लिए डिफरेंट होगा, पहले स्टूडेंट लिए होर वैल्यू होगी, दूसरे स्टूडेंट लिए होर वैल्यू, थर्ड स्टूडेंट लिए होर वैल्यू। तो यह मतलब ये अपने को एक फैमिली के तौर पर कर्व बन गई। तो इनू असीं की कहांगे फैमिली ऑफ स्ट्रेट लाइन। ये एक आर्बिटरी कॉन्सटेंट है, इस करके वन पैरामीटर फैमिली ऑफ कर्व होगी। थर्ड एग्जाम्पल है x - 2 का होल स्केयर प्लस y - 3 का होल स्केयर बराबर है a स्केयर की। तो आपको पता है इक्वेशन ऑफ सर्कल है, लेकिन असीं ये दसना भी ये इक्वेशन ऑफ सर्कल फैमिली नाल रिलेटेड है या सिंगल मैंबर के नाल रिलेटेड है। जबकि सानू पता है भी सेंटर जिहड़ा है ये 2,3 दे रखा है, तो रेडियस कितना दे रखा है, ए दे रखा है। यदा मतलब ए अपने कोल की है आर्बिटरी कॉन्सटेंट, एक आर्बिटरी कॉन्सटेंट है, इस करके वन पैरामीटर फैमिली ऑफ आल सर्कल्स विद रेडियस ए कहांगे। नैक्सट है जिहदे साडे कोल एच ते के सेंटर दे रखे ने, तो रेडियस कितना दे रखा है 4, फिक्स है रेडियस, जबकि सेंटर फिक्स नहीं है। पिछली एग्जाम्पल के थर्ड एग्जाम्पल के साडे कोल सेंटर फिक्स सीगे, रेडियस फिक्स नहीं सी, जो कि आर्बिटरी कॉन्सटेंट है। इस एग्जाम्पल के साडे कोल सेंटर जिहड़े ने वो की है आर्बिटरी कॉन्सटेंट है, एच के, ये अपने कोल की है दो आर्बिटरी कॉन्सटेंट है अपने कोल। तो जे अपने कोल दो आर्बिटरी कॉन्सटेंट है तो आप की कहांगे ये साडे कोल टू पैरामीटर फैमिली ऑफ सर्कल्स विद रेडियस 4 है। उस तो बाद अगे अपने कोल लास्ट जी एग्जाम्पल रजे वो साडे कोल सेंटर दे रखा है एच के, तो रेडियस दे रखा है ए। ये अपने कोल 3 पैरामीटर्स ने, इस करके 3 पैरामीटर फैमिली ऑफ ऑल सर्कल्स विद रेडियस ए, क्योंकि ये अपने कोल 3 आर्बिटरी कॉन्सटेंट ने। तो इत्थों सानू जिहड़ा है हुण अंदाजा होना शुरू हो गया भी किहड़ी कर्व जिहड़ी है वो वन मैंबर नूं बिलोंग करदी है, किहड़ी जिहड़ी है फैमिली ऑफ कर्व है। क्योंकि फॉर्मेशन ऑफ डिफरेंशियल इक्वेशन जिहड़ा साडा टॉपिक है कि डिफरेंशियल इक्वेशन नूं किस तरह बनाया जा सकता है, फॉर्मेशन बारे गल करांगे। उहदे वास्ते सब तो पहली गल ये होनी चाहिए कि सानू पता होना चाहिए भी ये फैमिली ऑफ कर्व बन रही है। तो फॉर्मेशन ऑफ डिफरेंशियल इक्वेशन वास्ते रजे साडे कोल एक प्रोसीजर है। तो प्रोसीजर फॉलो करने तो पहला रजे जी सानू इक्वेशन गिवन होगी वो सानू फैमिली ऑफ कर्व्स गिवन होगी। जे अगर सानू फैमिली ऑफ कर्व्स गिवन है, असी कह रहे हैं कि जी सानू इक्वेशन गिवन है फैमिली ऑफ कर्व्स गिवन होगी। जे सानू फैमिली ऑफ कर्व गिवन है तो यह मतलब वो घट्टो घट्ट एक आर्बिटरी कॉन्सटेंट तो होगा ही होगा, ज़्यादा भी हो सकते हैं। तो सब तो पहला साडा प्रोसीजर का काम यही है भी असी चैक करना है नंबर ऑफ आर्बिटरी कॉन्सटेंट्स प्रेजेंट इन द गिवन इक्वेशन। किन्ने आर्बिटरी कॉन्सटेंट्स ने, एक है, दो है, तीन है, चार है, वो सारे असी
देख लेना है तो फिर उस तो बाद असी काउंट कर लेने। असी मान लो y इज इक्वल टू एम एक्स प्लस सी, ये आप इक्वेशन ले ली। ये इक्वेशन की है फैमिली ऑफ स्ट्रेट लाइन की इक्वेशन है, तो ये आरबिटरेरी कॉन्सटेंट्स किहड़े ने, ये एम तो सी आरबिटरेरी कॉन्सटेंट्स ने, किन्ने ने 2 ने, असी काउंट कर ले। तो सब तो पहला काम की होगा साडा, असी नंबर ऑफ आरबिटरेरी कॉन्सटेंट्स नूं काउंट कर लेना। तो सैकेंड स्टैप की होगा इस प्रोसीजर का, कहते जिन्ने तुसी आरबिटरेरी कॉन्सटेंट पता किए ने उन्ने टाइम्स ही उस इक्वेशन का डिफरेंशिएशन कर दो। मान लो आ इक्वेशन है साढ़े को एग्जाम्पल है y इज इक्वल टू एम एक्स प्लस सी, ये फैमिली ऑफ स्ट्रेट लाइन है। हुण इस इक्वेशन के साढ़े को एम तो सी 2 की ने आरबिटरेरी कॉन्सटेंट्स ने, तो जिन्ने आरबिटरेरी कॉन्सटेंट्स ने उन्ने टाइम्स ही इस इक्वेशन का डेरीवेटिव करता है। तो फर्स्ट डेरीवेटिव क्या आ गया डी वाई बाई डी एक्स इज इक्वल टू एम, सैकेंड डेरीवेटिव क्या आ गया डी टू वाई बाई डी एक्स स्केयर इज इक्वल टू 0 दे। तो अपने कोल 2 बार डेरीवेटिव करन ते डी टू वाई बाई डी एक्स स्केयर का कोल आ गया 0 दे। तो सैकेंड स्टैप की अपने कोल डिफरेंशिएट द गिवन कर्व डिफरेंशिएट द गिवन कर्व नंबर ऑफ टाइम्स, डिफरेंशिएट द गिवन कर्व नंबर ऑफ टाइम्स इक्वल टू नंबर ऑफ पैरामीटर्स, जिन्ने पैरामीटर्स दे रखे ने उन्ने टाइम्स की करना सी डिफरेंशिएट करना है इक्वेशन। जदों असी इस इक्वेशन नू 2 बार डेरीवेटिव किया सीगा तो साडे कोल इत्थे कोई भी आरबिटरेरी कॉन्सटेंट नहीं बचेगा। तुसी अगर सैकेंड इक्वेशन नू देखो तो साडे कोल इत्थे कोई भी आरबिटरेरी कॉन्सटेंट नहीं है। तो कहते जे साडे कोल आरबिटरेरी कॉन्सटेंट बचदा नहीं है इत्थे कोई भी, डबल जिन्ने बार आरबिटरेरी कॉन्सटेंट्स ने उन्ने बार डेरीवेटिव करता, डेरीवेटिव करन तो बाद साडे कोल कुछ नहीं बचा आरबिटरेरी कॉन्सटेंट, ठीक है। तो कहते फिर वो साडे कोल रिक्वायर्ड डिफरेंशियल इक्वेशन होगी। पर जे कहते मान लो इत्थे आरबिटरेरी कॉन्सटेंट बच जाता है, पैरामीटर बच जाता है, मान लो एम बच गया, तो कहते फिर तुसी की करोगे इनू एलिमिनेट करोगे बाय यूजिंग द इक्वेशनस ਜਿਹੜੀਆਂ ਸਾਡੇ ਕੋਲ ਆ ਪਹਿਲਾਂ ਇਕੁਏਸ਼ਨਸ ਆਈਆਂ ਸੀ, ਇਹਨਾਂ ਦੀ ਵਰਤੋਂ ਕਰਕੇ ਅਸੀਂ ਜਿਹੜਾ ਹੈ m ਨੂੰ ਐਲੀਮੀਨੇਟ ਕਰਨਾ ਇੱਥੋਂ। ਇਦਾਂ ਨਹੀਂ ਛੱਡਣਾ ਇਹਨੂੰ d2y/dx ਸਕੁਅਰ ਇਜ਼ ਇਕੁਅਲ ਟੂ m ਵੀ ਇਹ ਡਿਫਰੈਂਸ਼ੀਅਲ ਇਕੁਏਸ਼ਨ ਆ ਗਈ, ਨਹੀਂ। ਥਰਡ ਸਟੈਪ ਜਿਹੜਾ ਹੈ ਉਹ ਕਹਿੰਦਾ ਵੀ ਤੁਸੀਂ ਐਲੀਮੀਨੇਟ ਕਰਨਾ ਹੈ, ਐਲੀਮੀਨੇਟ ਦਾ ਆਰਬਿਟਰੇਰੀ ਕੌਂਸਟੈਂਟ ਯੂਜ਼ਿੰਗ ਦਾ ਇਕੁਏਸ਼ਨਸ ऑब्टेन्ड। मैं बोल रहा तुसी लिख लो ये सारे स्टैप्स। पहला की है, सब तो पहला साडे कोल इक्वेशन दिती होगी, उस इक्वेशन दे विच असी पैरामीटर्स पता करने ने, आरबिटरेरी कॉन्सटेंट्स पता करने ने। जिन्ने आरबिटरेरी कॉन्सटेंट्स होंगे रजे उन्ने वारी उस इक्वेशन का डेरीवेटिव करना है। एक दे रखा तो 1 ऑर्डर डेरीवेटिव, दो रखा तो सैकेंड ऑर्डर डेरीवेटिव पता करांगे, 3 देखा तो थर्ड ऑर्डर डेरीवेटिव पता करांगे। जदों ये हो गया फिर उस तो बाद असी देखांगे भी d2y/dx स्केयर बराबर 0 दे आ रहा, कहना मतलब कोई भी आरबिटरेरी कॉन्सटेंट तो नहीं बच रहा। अगर इत्थे मान लो d2y/dx स्केयर बराबर 2 दे आ जाता तो 2 अपने कोल की परमानेंट कॉन्सटेंट है, तो सानू इहदे नाल कोई प्रॉब्लम नहीं, तो ये अपनी की हो जाती डिफरेंशियल इक्वेशन हो जाती। पर जे कहते इन केस इत्थे परमानेंट कॉन्सटेंट की जगह पर आरबिटरेरी कॉन्सटेंट आ गया तो फिर कहना तुसी इत्थे नहीं छड्डना, एलिमिनेट करना है इस m नू बाय यूजिंग द अदर इक्वेशनस। तो ये प्रोसीजर जोड़ा रजे ध्यान च रखना है। उस तो बाद एक नोट भी दे रखा, कहते जिन्ना आरबिटरेरी कॉन्सटेंट्स होंगे इक्वेशन च उन्ना ही उसका ऑर्डर होगा। जिन्ने आरबिटरेरी इक्वेशनस च होंगे उन्ना ही साडे कोल डिफरेंशियल इक्वेशन का ऑर्डर होगा। अगर तुसी इत्थे ध्यान देखो तो साडे कोल 2 आरबिटरेरी कॉन्सटेंट्स ने, तो तुसी देखोगे कि साडे कोल इत्थे 2 ही की है ऑर्डर है इस डिफरेंशियल इक्वेशन का। उस तो साढ़े कोल कुछ एग्जाम्पल्स दे रखिया ने, एग्जाम्पल्स के नाल सानू थोड़ा जिहा होर भी क्लीयर हो जाऊगा भी किस तरह जिहड़ा है क्वेश्चन सानू एग्जाम दे विच पूछे जाते हैं। कहना फाइंड द डिफरेंशियल इक्वेशन डैट विल रिप्रजेंट द फैमिली ऑफ स्ट्रेट लाइन y इज इक्वल टू एम एक्स प्लस सी वेयर m एंड c आर रियल नंबरस, सॉरी आर नू बिलोंग कर रहे हैं, रियल नंबर नू बिलोंग कर रहे हैं। तो उही जिहड़ा असीं क्वेश्चन सॉल्व किया रहे एग्जाम्पल कि y इज इक्वल टू एम एक्स प्लस सी साडे कोल फैमिली ऑफ स्ट्रेट लाइन है, ये विच साडे कोल आरबिटरेरी कॉन्सटेंट किन्ने ने 2, इस करके असीं इहदा सैकेंड ऑर्डर डेरीवेटिव जिहड़ा पता करांगे जो कि साडे कोल d2y/dx स्केयर बराबर की दे आ गया 0 दे। तो असीं कहांगे भी एंड ते साडे कोल कोई भी आरबिटरेरी कॉन्सटेंट नहीं बचदा, इस करके कि अपने कोल डिफरेंशियल इक्वेशन है इस स्ट्रेट लाइन की फैमिली की। उस तो बाद असीं गल करिए एक होर एग्जाम्पल की।
ਤਾਂ ਆਪਾਂ ਨੂੰ ਕਹਿੰਦੇ ਫਾਈਂਡ ਦਾ ਡਿਫਰੈਂਸ਼ੀਅਲ ਇਕੁਏਸ਼ਨ of all parabolas having vertex at origin and axis along the positive y axis। ਤਾਂ ਇਹੋ ਜੀ ਜਿਹੜੀ ਪੈਰਾਬੋਲਾ ਹੈ ਅਸੀਂ ਅੱਗੇ ਜਦੋਂ ਪੜਾਂਗੇ ਰਾਜੇ ਜਿਓਮੈਟਰੀ ਤਾਂ ਉਦੋਂ ਸਾਰਾ ਇਹ ਪੈਰਾਬੋਲਾ ਹਾਈਪਰਬੋਲਾ ਅਲਿਪਸ ਸਾਰੇ ਅਸੀਂ ਕੰਸੈਪਟ ਜਿਹੜੇ ਪੜਾਂਗੇ, ਪਰ ਇੱਥੇ ਮੈਂ ਤੁਹਾਨੂੰ ਡਰਾ ਕਰਕੇ ਦਿਖਾ ਦਿੰਦਾ ਹੈ ਕਿ ਉਹ ਪੈਰਾਬੋਲਾ ਜਿਹਦਾ ਵਰਟੈਕਸ ਓਰੀਜਨ ਹੈ ਤੇ ਐਕਸਿਸ ਜਿਹੜੀ y ਐਕਸਿਸ ਦੇ ਅਲੋਂਗ ਹੈ ਉਹ ਕਿਸ ਤਰ੍ਹਾਂ ਬਣਦੀ ਹੈ। ਹੁਣ ਇਸ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਪੈਰਾਬੋਲਾ ਦੇ ਵਿੱਚ, ਉਹ ਹੁੰਦੀ ਹੈ ਵਿਡਥ ਨੂੰ ਅਸੀਂ a ਨਾਲ ਰਿਪਰੈਜ਼ੈਂਟ ਕਰਦੇ ਹਾਂ। ए ਦੇ ਬਾਰੇ ਸਾਡੇ ਕੋਲ ਕੋਈ ਵੀ ਗੱਲ ਇੱਥੇ ਨਹੀਂ ਕੀਤੀ ਗਈ ਵੀ a ਕਿੰਨੀ ਹੈਗੀ। ਤਾਂ ਹੁਣ ਕੀ ਹੈ, ਜੇ ਅਸੀਂ 15 ਸਟੂਡੈਂਟਸ ਨੂੰ ਕਵਾਂਗੇ ਇਸ ਸਟੇਟਮੈਂਟ ਦੇ ਅਕੋਰਡਿੰਗ, ਇਸ ਐਗਜ਼ਾਮਪਲ ਦੇ ਅਕੋਰਡਿੰਗ ਪੈਰਾਬੋਲਾ ਬਣਾਓ, ਤਾਂ ਹਰ ਬੱਚੇ ਦੀ ਜਿਹੜੀ ਪੈਰਾਬੋਲਾ ਦੀ ਵਿਡਥ ਹੈ ਉਹ ਅਲੱਗ-ਅਲੱਗ ਆਵੇਗੀ, ਹੈ ਨਾ। a ਦੀ ਵੈਲਿਊ ਆ ਆਪਣੇ ਕੋਲ ਵਿਡਥ ਹੁੰਦੀ ਹੈਗੀ, ਤਾਂ ਆਹ ਵਿਡਥ ਅਲੱਗ ਹੈ, ਆਹ ਵਿਡਥ ਅਲੱਗ ਹੈ, ਆਹ ਵਿਡਥ ਅਲੱਗ ਹੈ। ਤਾਂ a ਜਿਹੜਾ ਹੈ ਉਹ ਵੇਰੀ ਕਰ ਰਿਹਾ ਹੈਗਾ ਹਰ ਬੱਚੇ ਲਈ, ਲੇਕਿਨ ਜਦੋਂ ਇੱਕ ਵਾਰ ਅਸੀਂ ਵਿਡਥ ਫਿਕਸ ਕਰਤੀ ਤਾਂ ਉਸ ਤੋਂ ਬਾਅਦ ਉਹ ਚੇਂਜ ਨਹੀਂ ਹੋਊਗੀ। ਇਹਦਾ ਮਤਲਬ ਸਾਡੇ ਕੋਲ ਇੱਥੇ ਵਿਡਥ ਕੀ ਹੈ ਪੈਰਾਬੋਲਾ ਦੀ, ਆਰਬਿਟਰੇਰੀ ਕੌਂਸਟੈਂਟ ਜਾਂ ਫਿਰ ਪੈਰਾਮੀਟਰ। ਹੁਣ ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ a ਆਪਣੇ ਕੋਲ ਆਰਬਿਟਰੇਰੀ ਕੌਂਸਟੈਂਟ ਹੈ, ਲੇਕਿਨ ਸਾਡੇ ਕੋਲ ਇਕੁਏਸ਼ਨ ਨਹੀਂ ਦਿੱਤੀ ਹੋਈ ਫੈਮਿਲੀ ਆਫ ਕਰਵਸ ਦੀ। ਤਾਂ ਰਾਜੇ ਜਦੋਂ ਅਸੀਂ ਇਸ ਤਰ੍ਹਾਂ ਦਾ ਪੈਰਾਬੋਲਾ ਬਣਾਉਂਦੇ ਹਾਂ ਜਿਹਦੇ ਵਿੱਚ ਉਹਦਾ ਵਰਟੈਕਸ ਓਰੀਜਨ ਹੁੰਦਾ ਤੇ ਐਕਸਿਸ ਪੋਜ਼ਿਟਿਵ ਵਾਈ ਐਕਸਿਸ ਹੁੰਦੀ ਹੈ, ਤਾਂ ਉਸ ਕੇਸ ਦੇ ਵਿੱਚ ਸਾਡੇ ਕੋਲ ਇਕੁਏਸ਼ਨ ਹੁੰਦੀ ਹੈ x ਸਕੁਅਰ ਇਜ਼ ਇਕੁਅਲ ਟੂ 4ay। ਇਹ ਪੈਰਾਬੋਲਾ ਦੀ ਇਕੁਏਸ਼ਨ ਹੈ। ਹੁਣ ਅਸੀਂ ਚੈੱਕ ਕਰਾਂਗੇ ਆਰਬਿਟਰਰੀ ਕੌਂਸਟੈਂਟ, ਤਾਂ ਤੁਸੀਂ ਇੱਥੇ ਵੀ ਦੇਖੋ ਸਾਨੂੰ ਪਤਾ ਲੱਗ ਰਿਹਾ ਦੇਖ ਕੇ ਵੀ ਆਰਬਿਟਰਰੀ ਕੌਂਸਟੈਂਟ ਤਾਂ ਇੱਕ ਹੀ ਹੈ ਜੋ ਕਿ a, ਤੇ ਡਾਇਗਰਾਮ ਤੋਂ ਵੀ ਅਸੀਂ ਇੱਕ ਚੀਜ਼ ਕਲੀਅਰ ਕਰ ਦਿੱਤੀ ਕਿ ਉਹਦੀ ਵਿਡਥ ਜਿਹੜੀ ਹੈ ਵੇਰੀ ਕਰੂਗੀ ਹਰ ਸਟੂਡੈਂਟਸ ਦੇ ਲਈ। ਤਾਂ ਫਿਰ ਇਹਦਾ ਕੀ ਕਰਾਂਗੇ, ਇੱਕ ਵਾਰ ਡੈਰੀਵੇਟਿਵ ਕਰਾਂਗੇ, 2x ਬਰਾਬਰ ਕਿਸ ਦੇ ਆ ਜਾਊਗਾ ਸਾਡੇ ਕੋਲ 4a ਕੌਂਸਟੈਂਟ ਨੇ, ਤਾਂ ਨਾਲ ਆ ਗਿਆ ਆਪਣੇ ਕੋਲ dy/dx। ਇਹਨੂੰ ਇਕੁਏਸ਼ਨ ਸੈਕਿੰਡ ਮੰਨ ਲਓ, ਇਹਨੂੰ ਇਕੁਏਸ਼ਨ ਆਪਾਂ ਫਸਟ ਮੰਨ ਲੈਂਦੇ ਹਾਂ। ਤਾਂ ਇੱਥੋਂ ਸਾਡੇ ਕੋਲ 2x ਬਰਾਬਰ ਆ ਗਿਆ 4a dy/dx ਤੇ। ਤਾਂ ਇਹ ਕੀ ਆਪਣੇ ਕੋਲ ਆਨਸਰ ਆ ਗਿਆ ਸੈਕਿੰਡ ਇਕੁਏਸ਼ਨ? ਤਾਂ ਨਹੀਂ ਜੀ, ਇਹ ਆਪਣੇ ਕੋਲ ਆਨਸਰ ਨਹੀਂ ਆਇਆ ਹੈਗਾ, ਕਿਉਂਕਿ ਇਹਦੇ ਵਿੱਚ ਸਾਡੇ ਕੋਲ ਹਜੇ ਵੀ ਆਰਬਿਟਰੇਰੀ ਕੌਂਸਟੈਂਟ ਮੌਜੂਦ ਹੈ। ਪਰ ਸਾਨੂੰ ਸਟੈਪ ਪ੍ਰੋਸੀਜਰ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿੰਨੇ ਆਰਬਿਟਰਰੀ ਕੌਂਸਟੈਂਟ ਨੇ ਅਸੀਂ ਓਨੇ ਵਾਰ ਹੀ ਇਹਦਾ ਡੈਰੀਵੇਟਿਵ ਕਰਨਾ। ਉਹ ਅਸੀਂ ਪ੍ਰੋਸੀਜਰ ਫੋਲੋ ਕਰ ਲਿਆ, ਲੇਕਿਨ ਹੁਣ ਪ੍ਰੋਸੀਜਰ ਅੱਗੇ ਅਸੀਂ ਕੀ ਫੋਲੋ ਕਰਨਾ, ਥਰਡ ਸਟੈਪ ਫੋਲੋ ਕਰਨਾ ਹੈ ਪ੍ਰੋਸੀਜਰ ਦਾ ਕਿ ਸਾਡੇ ਕੋਲ a ਨਹੀਂ ਬਚਣਾ ਚਾਹੀਦਾ, ਆਰਬਿਟਰਰੀ ਕੌਂਸਟੈਂਟ ਨਹੀਂ ਬਚਣਾ ਚਾਹੀਦਾ। ਤੇ ਜੇ ਅਸੀਂ a ਨੂੰ ਐਲੀਮੀਨੇਟ ਕਰਨਾ ਹੈ ਤਾਂ ਸਾਨੂੰ ਬਾਕੀ ਇਕੁਏਸ਼ਨਸ ਦਾ ਯੂਜ਼ ਕਰਨਾ ਪੈਣਾ। ਬਾਕੀ ਇਕੁਏਸ਼ਨ ਕੀ ਹੈ, ਫਸਟ ਇਕੁਏਸ਼ਨ ਹੈ x ਸਕੁਅਰ ਬਰਾਬਰ ਹੈ 4ay ਦੇ, ਤੇ ਆ ਆਪਣੇ ਕੋਲ ਕੀ ਹੈ ਸੈਕਿੰਡ ਇਕੁਏਸ਼ਨ। ਤਾਂ ਅਸੀਂ ਕਵਾਂਗੇ ਫਰੋਮ ਫਸਟ ਇਕੁਏਸ਼ਨ 4a ਦੀ ਵੈਲਿਊ ਕਿੰਨੀ ਆ ਗਈ ਰਾਜੇ, ਇੱਥੋਂ ਅਸੀਂ 4a ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ। ਉਹ 4a ਦੀ ਵੈਲਿਊ ਅਸੀਂ ਸੈਕਿੰਡ ਇਕੁਏਸ਼ਨ 'ਚ ਪੁੱਟ ਕਰ ਦਾਂਗੇ, ਕਿੰਨੀ ਆ ਗਈ x ਸਕੁਅਰ ਅਪੋਨ y, ਜਿਹਨੂੰ ਮੈਂ ਥਰਡ ਕਹਿਤਾ। ਤੇ ਥਰਡ ਨੂੰ ਕੀ ਕਰਾਂਗੇ, ਪੁੱਟ ਕਰਾਂਗੇ ਇਨ 2 'ਚ। ਤਾਂ ਥਰਡ ਨੂੰ ਜਦੋਂ ਪੁੱਟ ਕੀਤਾ ਤਾਂ ਆਪਣੇ ਕੋਲ 2x ਕਿੰਨਾ ਆ ਜਾਊਗਾ x ਸਕੁਅਰ ਅਪੋਨ y dy/dx। ਤਾਂ ਤੁਸੀਂ ਹੁਣ ਧਿਆਨ ਨਾਲ ਫੋਰਥ ਇਕੁਏਸ਼ਨ ਨੂੰ ਦੇਖੋ ਵੀ ਇਹਦੇ ਵਿੱਚ ਤੁਹਾਡੇ ਕੋਲ ਆਰਬਿਟਰਰੀ ਕੌਂਸਟੈਂਟ ਤਾਂ ਨਹੀਂ ਬਚਦਾ, ਤਾਂ ਤੁਹਾਡੇ ਕੋਲ ਕੋਈ ਵੀ ਆਰਬਿਟਰਰੀ ਕੌਂਸਟੈਂਟ ਨਹੀਂ ਬਚ ਰਿਹਾ। ਇਹ x ਨਾਲ x ਐਲੀਮੀਨੇਟ ਹੋ ਜਾਊਗਾ, ਥੋੜਾ ਜਿਹਾ ਹੋਰ ਸਿੰਪਲੀਫਾਈ ਹੋ ਜਾਊਗਾ, ਤਾਂ 2 ਬਰਾਬਰ ਆ ਜਾਊਗਾ 2y ਬਰਾਬਰ ਆ ਜਾਊਗਾ dy/dx। ਇਹ ਆ ਗਈ ਆਪਣੇ ਕੋਲ ਰਿਕੁਆਇਰਡ ਡਿਫਰੈਂਸ਼ੀਅਲ ਇਕੁਏਸ਼ਨ, ਨਾਲ ਇੱਥੇ x ਵੀ ਆਊਗਾ ਸੌਰੀ। ਤਾਂ ਇਹ ਆਪਣੇ ਕੋਲ ਰਿਕੁਆਇਰਡ ਡਿਫਰੈਂਸ਼ੀਅਲ ਇਕੁਏਸ਼ਨ ਆ ਗਈ। ਇਸ ਤੋਂ ਇਲਾਵਾ ਤੁਸੀਂ 2 ਤੇ 1 ਨੂੰ ਡਿਵਾਈਡ ਵੀ ਕਰ ਸਕਦੇ ਸੀ। ਆ ਜਿਹੜੀ ਫਸਟ ਇਕੁਏਸ਼ਨ ਹੈ ਤੇ ਆ ਸੈਕਿੰਡ ਇਕੁਏਸ਼ਨ, ਇਹਨਾਂ ਦੋਨਾਂ ਨੂੰ ਡਿਵਾਈਡ ਕਰੋਗੇ 4a ਕੈਂਸਲ ਆਊਟ ਹੋ ਜਾਊਗਾ, ਤਾਂ ਤੁਹਾਡੇ ਕੋਲ ਆਹੀ ਆਨਸਰ ਬਣੂਗਾ। ਤਾਂ ਕੋਈ ਵੀ ਮੈਥਡ ਚੂਜ਼ ਕਰ ਸਕਦੇ ਹੋ ਇਸ ਨੂੰ ਸਿੰਪਲੀਫਾਈ ਕਰਨ ਲਈ, ਪਰ ਜਿਹੜਾ ਸਾਡਾ ਪ੍ਰੋਸੀਜਰ ਹੈ ਉਹ ਇਹ ਕਹਿੰਦਾ ਵੀ ਸਭ ਤੋਂ ਪਹਿਲਾਂ ਆਰਬਿਟਰਰੀ ਕੌਂਸਟੈਂਟ ਪਤਾ ਕਰੋ, ਜਿੰਨੇ ਆ ਉਹਨੇ ਵਾਰ ਉਹਨੂੰ ਡੈਰੀਵੇਟਿਵ ਕਰੋ, ਡੈਰੀਵੇਟਿਵ ਕਰਕੇ ਦੇਖੋ ਵੀ ਤੁਹਾਡੇ ਕੋਲ ਆਰਬਿਟਰਰੀ ਕੌਂਸਟੈਂਟ ਬਚਦਾ ਤਾਂ ਨਹੀਂ। ਅਸੀਂ ਕਿਹਾ ਜੀ ਇੱਥੇ ਸਾਡੇ ਕੋਲ ਬਚ ਰਿਹਾ a ਬਚ ਰਿਹਾ, ਤਾਂ ਜੇ ਕਹਿੰਦਾ ਬਚ ਰਿਹਾ ਤਾਂ ਫਿਰ ਦੋਨੇ ਇਕੁਏਸ਼ਨਸ ਦਾ ਯੂਜ਼ ਕਰਕੇ ਜਾਂ ਤਿੰਨੇ ਇਕੁਏਸ਼ਨਸ ਦਾ ਯੂਜ਼ ਕਰਕੇ ਇਸ ਨੂੰ ਐਲੀਮੀਨੇਟ ਕਰਨਾ ਹੈ, ਫਿਰ ਜਾ ਕੇ ਸਾਡੇ ਕੋਲ ਰਿਕੁਆਇਰਡ ਡਿਫਰੈਂਸ਼ੀਅਲ ਇਕੁਏਸ਼ਨ ਦਾ ਆਨਸਰ ਆਵੇਗਾ। ਅਗਲਾ ਜਿਹੜਾ ਕੁਐਸਚਨ ਹੈ ਉਹਦੇ ਨਾਲ ਦੇ ਹੀ ਕਾਫੀ ਕੁਐਸਚਨ ਪੇਪਰ 'ਚ ਪੁੱਛੇ ਜਾਂਦੇ ਨੇ। ਕਹਿੰਦੇ ਦਾ ਆਰਡਰ ਆਫ ਦਾ ਡਿਫਰੈਂਸ਼ੀਅਲ ਇਕੁਏਸ਼ਨ ਰਿਪਰੈਜ਼ੈਂਟਿੰਗ ਦਾ ਫੈਮਿਲੀ ਆਫ ਸਰਕਲ ਗਿਵਨ ਬਾय x ਸਕੁਅਰ ਪਲੱਸ y ਮਾਈਨਸ a ਦਾ ਹੋਲ ਸਕੁਅਰ ਬਰਾਬਰ ਹੈ a ਸਕੁਅਰ ਦੇ। ਤਾਂ ਇਹਦੇ ਵਿੱਚ ਸਾਡੇ ਕੋਲ ਆਰਬਿਟਰਰੀ ਕੌਂਸਟੈਂਟ ਕਿੰਨੇ ਨੇ, ਉਹ ਤਾਂ ਇੱਕ ਹੈ। ਤੇ ਅਸੀਂ ਇੱਕ ਨੋਟ ਪੜ੍ਹਿਆ ਸੀਗਾ, ਨੋਟ ਕੀ ਕਹਿੰਦਾ ਸੀ ਕਿ ਜਿੰਨੇ ਆਰਬਿਟਰਰੀ ਕੌਂਸਟੈਂਟਸ ਨੇ ਉਨੇ ਵਾਰ ਹੀ ਉਹਦਾ ਡੈਰੀਵੇਟਿਵ ਕਰਾਂਗੇ, ਕਹਿਣ ਦਾ ਮਤਲਬ ਓਨਾ ਹੀ ਉਹਦਾ ਆਰਡਰ ਹੋਊਗਾ। ਤਾਂ ਆਪਣੇ ਕੋਲ ਇੱਕ ਆਰਬਿਟਰਰੀ ਕੌਂਸਟੈਂਟ ਹੈ, ਤਾਂ ਇੱਕ ਵਾਰ ਇਸ ਇਕੁਏਸ਼ਨ ਦਾ ਡੈਰੀਵੇਟਿਵ ਕਰਾਂਗੇ ਤਾਂ ਆਪਣੇ ਕੋਲ ਆਰਡਰ ਕੀ ਆਊਗਾ 1 ਆਊਗਾ, ਇੱਕ ਆਰਡਰ ਆਊਗਾ ਦਾ। ਨੈਕਸਟ ਦਾ ਡਿਫਰੈਂਸ਼ੀਅਲ ਇਕੁਏਸ਼ਨ ਆਫ ਫੈਮਿਲੀ ਆਫ ਕਰਵਸ ਗਿਵਨ ਬਾय y ਇਜ਼ ਇਕੁਅਲ ਟੂ mx।
ये अपने कोल फैमिली ऑफ कर्व्स दे रखी है, इक्वेशन दे रखी है ਉਹਦੀ y mx। ਤਾਂ ਆਪਾਂ ਉਹਦੀ ਡਿਫਰੈਂਸ਼ੀਅਲ ਇਕੁਏਸ਼ਨ ਬਣਾਉਣੀ ਹੈ। ਤਾਂ ਸਭ ਤੋਂ ਪਹਿਲਾਂ ਸਟੈਪ 1 ਕੀ ਹੋਊਗਾ? ਸਟੈਪ 1 ਹੈ ਕਿ ਅਸੀਂ ਦੇਖੀਏ ਆਰਬਿਟਰੇਰੀ ਕੌਂਸਟੈਂਟਸ ਕਿੰਨੇ ਨੇ, ਤਾਂ ਉਹ 1 ਹੈ। ਕੀ ਆ? m ਸਾਡੇ ਕੋਲ ਆਰਬਿਟਰੇਰੀ ਕੌਂਸਟੈਂਟ ਦੇ ਰੱਖਿਆ। ਇਹਦਾ ਮਤਲਬ ਅਸੀਂ ਇੱਕ ਵਾਰ ਇਹਦਾ ਕੀ ਕਰਾਂਗੇ, ਵਿਦ ਰਿਸਪੈਕਟ ਟੂ x ਦੇ ਡੈਰੀਵੇਟਿਵ ਕਰਾਂਗੇ। ਤਾਂ ਆਪਣੇ ਕੋਲ ਆਨਸਰ ਕਿੰਨਾ ਆ ਗਿਆ ਰਾਜੇ? m ਦੇ ਇਕੁਅਲ ਆ ਗਿਆ। ਫਸਟ ਇਕੁਏਸ਼ਨ ਮੰਨ ਲਾਂਗੇ ਜੋ ਸਾਨੂੰ ਗਿਵਨ ਹੈ y mx, ਤੇ ਸੈਕੰਡ ਇਕੁਏਸ਼ਨ ਮੰਨ ਲਾਂਗੇ ਜੋ ਅਸੀਂ ਡੈਰੀਵੇਟਿਵ ਕਰਕੇ ਬਣਾਈਏ। ਇੱਕ ਵਾਰ ਡੈਰੀਵੇਟਿਵ ਕਰਨਾ ਸੀਗਾ, ਜਦੋਂ ਡੈਰੀਵੇਟਿਵ ਕੀਤਾ ਤਾਂ ਅਸੀਂ ਦੇਖਿਆ ਵੀ ਸਾਡੇ ਕੋਲ ਇੱਥੇ ਕੀ ਬਚ ਰਿਹਾ? ਆਰਬਿਟਰੇਰੀ ਕੌਂਸਟੈਂਟ ਬਚ ਰਿਹਾ, ਜੋ ਕਿ ਨਹੀਂ ਬਚਣਾ ਚਾਹੀਦਾ ਸੀਗਾ ਥਰਡ ਸਟੈਪ ਦੇ ਅਕੋਰਡਿੰਗ। ਫਿਰ ਅਸੀਂ ਕੀ ਕਰਾਂਗੇ ਰਾਜੇ? ਇੱਥੋਂ ਫਸਟ ਇਕੁਏਸ਼ਨ ਤੋਂ m ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ y/x, ਜਿਸ ਨੂੰ ਅਸੀਂ ਪੁੱਟ ਕਰ ਦਾਂਗੇ ਸੈਕਿੰਡ 'ਚ। ਤਾਂ ਆਪਣੇ ਕੋਲ ਸੈਕਿੰਡ ਇਕੁਏਸ਼ਨ ਕੀ ਬਣ ਜੂਗੀ? dy/dx y/x। ਤਾਂ ਆਪਣਾ ਕੀ ਆ ਗਿਆ? ਆਨਸਰ ਆ ਗਿਆ। ਲੇਕਿਨ ਅਸੀਂ ਹੁਣ ਇਹਨੂੰ ਕੀ ਕਰਨਾ? ਆਪਸ਼ਨ ਨਾਲ ਮੈਚ ਕਰਨਾ ਹੈ। ਤਾਂ ਆਪਸ਼ਨ ਨਾਲ ਮੈਚ ਕਰਨ ਵਾਸਤੇ ਅਸੀਂ x ਨੂੰ ਉਧਰਲੇ ਪਾਸੇ ਲੈ ਗਏ, ਤਾਂ dy/dx x y ਕੀ ਆ ਗਿਆ? ਆਪਣਾ ਆਨਸਰ ਆ ਗਿਆ, ਜੋ ਕਿ ਸਾਡੀ ਹੈ B ਆਪਸ਼ਨ। ਤਾਂ ਇਸੇ ਤਰ੍ਹਾਂ ਅਸੀਂ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਬਣਾ ਸਕਦੇ ਹਾਂ ਫੈਮਿਲੀ ਆਫ ਕਰਵਸ ਦਾ ਯੂਜ਼ ਕਰਕੇ। ਥੋੜ੍ਹੀ ਜਿਹੀ ਪ੍ਰੋਸੀਜਰ ਨੂੰ ਜਿਹੜਾ ਹੈ ਧਿਆਨ 'ਚ ਰੱਖਣਾ ਹੈ, ਉਹਦੀ ਤਿੰਨੇ ਸਟੈਪਸ ਨੂੰ ਧਿਆਨ 'ਚ ਰੱਖਣਾ ਹੈ। ਅੱਗੇ ਵਧਦੇ ਜੀ ਸਾਡੇ ਨੈਕਸਟ ਟੌਪਿਕ ਵੱਲ, ਜੋ ਕਿ ਹੈ ਸਾਡਾ ਸੋਲਿਊਸ਼ਨ ਆਫ ਡਿਫਰੈਂਸ਼ੀਅਲ ਇਕੁਏਸ਼ਨ। ਡਿਫਰੈਂਸ਼ੀਅਲ ਇਕੁਏਸ਼ਨ ਤਾਂ ਦੇਖ ਲਿਆ ਵੀ ਕਿਸ ਤਰ੍ਹਾਂ ਪਤਾ ਕਰਦੇ ਨੇ। ਹੁਣ ਅਸੀਂ ਸੋਲਿਊਸ਼ਨ ਫਾਈਂਡ ਆਊਟ ਕਰਨਾ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ। ਸੋਲਿਊਸ਼ਨ ਕਿਸ ਨੂੰ ਕਹਿੰਦੇ ਨੇ? ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲਿਊਸ਼ਨ ਦੀ ਗੱਲ ਕਰੀਏ ਤਾਂ ਸੋਲਿਊਸ਼ਨ ਰਾਜੇ ਉਹ ਵੈਲਿਊ ਹੈ ਜੋ ਉਸ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੈਟਿਸਫਾਈ ਕਰਦੀ ਹੈ। ਹੁਣ ਅਸੀਂ ਕਿਹਾ ਵੀ 2x + 3 = 0 ਦੇ ਰੱਖਿਆ। ਜੇ ਅਸੀਂ x ਦੀ ਵੈਲਿਊ 2 ਪੁੱਟ ਕਰ ਦਈਏ ਤਾਂ ਇਹ ਆ ਜਾਊ ਆਪਣੇ ਕੋਲ 2 × 2 + 3 ਕਿੰਨਾ ਆ ਗਿਆ? 4 + 3 ਕਿੰਨਾ ਆ ਗਿਆ? 7, ਵਿਚ ਇਜ਼ ਨਾਟ ਇਕੁਅਲ ਟੂ 0। ਤਾਂ ਅਸੀਂ ਕਹਾਂਗੇ x = 2 ਇਜ਼ ਨਾਟ ਇਟਸ ਸੋਲਿਊਸ਼ਨ। ਜੇ ਅਸੀਂ x ਨੂੰ -2 ਪੁੱਟ ਕਰੀਏ ਤਾਂ ਇਹ ਕਿੰਨਾ ਆ ਜਾਊਗਾ? 2 × -2 + 3 ਜਿਹੜਾ ਹੈ -4 + 3 ਕਿੰਨਾ ਆ ਗਿਆ? -1। ਤਾਂ ਅਸੀਂ ਕਹਾਂਗੇ ਇਹ ਵੀ ਜਿਹੜਾ ਨਾਟ ਇਕੁਅਲ ਟੂ 0 ਹੈ, ਤਾਂ -2 ਵੀ ਜਿਹੜਾ ਇਹਦਾ ਸੋਲਿਊਸ਼ਨ ਨਹੀਂ ਹੈ। ਤੇ ਜੇ ਅਸੀਂ x ਦੀ ਜਗ੍ਹਾ ਦੇ ਉੱਪਰ -3/2 ਪੁੱਟ ਕਰ ਦਈਏ ਤਾਂ ਕਿੰਨਾ ਆ ਜੂ? 2 × -3/2 + 3 ਕਿੰਨਾ ਆ ਗਿਆ? ਆਪਣੇ ਕੋਲ 2 ਨਾਲ 2 ਕੈਂਸਲ ਆਊਟ ਹੋ ਜੂ, -3 + 3 ਕਿੰਨਾ ਆ ਗਿਆ? 0। ਤਾਂ ਅਸੀਂ ਕਹਾਂਗੇ ਵੀ -3/2 ਇਜ਼ ਸੋਲਿਊਸ਼ਨ ਆਫ ਦਿਸ ਇਕੁਏਸ਼ਨ। ਪਰ ਅਗਰ ਗੱਲ ਕਰੀਏ ਡਿਫਰੈਂਸ਼ੀਅਲ ਇਕੁਏਸ਼ਨ ਦੀ, ਤਾਂ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਸਾਡੇ ਕੋਲ ਰਾਜੇ ਕਹਿੰਦੇ y ਦੀ ਉਹ ਵੈਲਿਊ ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੈਟਿਸਫਾਈ ਕਰ ਜੇ ਤਾਂ ਉਹ ਉਹਦਾ ਕੀ ਹੋਊਗੀ? ਸੋਲਿਊਸ਼ਨ ਹੋਊਗੀ। ਜਾਂ ਫਿਰ x ਅਤੇ y ਦਾ ਕੋਈ ਰਿਲੇਸ਼ਨ ਜੋ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੈਟਿਸਫਾਈ ਕਰ ਜੇ, ਉਹ ਕੀ ਹੋਊਗਾ? ਉਹਦਾ ਸੋਲਿਊਸ਼ਨ। ਐਗਜ਼ਾਮਪਲ ਤੋਂ ਸਮਝਦੇ ਹਾਂ ਇਸ ਟੌਪਿਕ ਦੀ ਇੰਟਰੋਡਕਸ਼ਨ ਬਾਰੇ ਥੋੜ੍ਹਾ ਬਹੁਤ ਹੋਰ। ਕਹਿੰਦੇ y = a cos x + b sin x is a solution of differential equation or not। ਇਹ ਜੋ ਸਾਨੂੰ ਡਿਫਰੈਂਸ਼ੀਅਲ ਇਕੁਏਸ਼ਨ ਦੇ ਰੱਖੀ ਹੈ d2y/dx² + y = 0, ਅਸੀਂ ਦੱਸਣਾ y = a cos x + sin x ਇਹਦਾ ਸੋਲਿਊਸ਼ਨ ਹੈ ਜਾਂ ਨਹੀਂ। ਕਿਸ ਤਰ੍ਹਾਂ ਚੈੱਕ ਕਰਦੇ ਨੇ? ਸਾਨੂੰ ਗਿਵਨ ਦੇ ਰੱਖਿਆ y = a cos x + b sin x। ਤਾਂ ਮੈਂ ਕਿਹਾ ਸੀਗਾ ਕਿ y ਦੀ ਵੈਲਿਊ ਨੂੰ ਇਹਦੇ ਵਿੱਚ ਪੁੱਟ ਕਰਕੇ ਦੇਖ ਲਓ ਫਸਟ ਇਕੁਏਸ਼ਨ 'ਚ, ਜੋ ਸਾਨੂੰ ਡਿਫਰੈਂਸ਼ੀਅਲ ਇਕੁਏਸ਼ਨ ਕਹੀ ਗਈ ਹੈ। ਜੇ ਤਾਂ ਇਹਨੂੰ ਸੈਟਿਸਫਾਈ ਕਰ ਰਹੀ ਹੈ ਤਾਂ ਆਨਸਰ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ? dy/dx ਪਤਾ ਕਰਾਂਗੇ। ਉਹ ਕੀ ਆ ਜੋ ਆਪਣੇ ਕੋਲ -a sin x + b cos x ਦੇ ਬਰਾਬਰ। ਫਿਰ ਅਸੀਂ ਡਬਲ ਡੈਰੀਵੇਟਿਵ ਪਤਾ ਕਰਾਂਗੇ d2y/dx² ਕਿਹਦੇ ਬਰਾਬਰ ਆ ਜਾਊ? -a cos x - b sin x ਦੇ ਇਕੁਅਲ ਆ ਜਾਊ। ਮਾਈਨਸ ਕੀ ਕਰ ਲਾਂਗੇ? ਕਾਮਨ। ਤਾਂ a cos x + b sin x ਆਪਣੇ ਕੋਲ ਕੀ ਆ ਗਿਆ? ਡਬਲ ਡੈਰੀਵੇਟਿਵ ਦਾ ਆਨਸਰ ਆ ਗਿਆ। ਹੁਣ ਆਹ ਵੈਲਿਊਜ਼ ਫਸਟ ਵੈਲਿਊ ਸੈਕਿੰਡ ਇਕੁਏਸ਼ਨ ਦੀ ਵੈਲਿਊ ਤੇ ਥਰਡ ਇਕੁਏਸ਼ਨ ਦੀ ਵੈਲਿਊ ਅਸੀਂ ਫਸਟ 'ਚ ਪੁੱਟ ਕਰ ਦਾਂਗੇ। ਤਾਂ ਸਾਡੇ ਕੋਲ ਕੀ ਆ ਜੂਗੀ? ਲੈਫਟ ਹੈਂਡ ਸਾਈਡ ਕਿੰਨੀ ਆ ਜੂਗੀ? ਉਹ ਆ ਜੂਗੀ ਰਾਜੇ -a cos x + b sin x ਤੇ ਨਾਲ ਪਲੱਸ ਕੀ ਆ ਜੂਗਾ ਆਪਣੇ ਕੋਲ? a cos x + b sin x। ਤੇ ਇਹ ਆਪਣੇ ਕੋਲ ਕੀ ਹੋ ਜਾਣਗੇ? ਕੈਂਸਲ ਆਊਟ ਹੋ ਜਾਣਗੇ, ਕਿਉਂਕਿ ਆ ਮਾਈਨਸ ਲੱਗੀ ਹੈ ਨਾ, ਅੰਦਰ ਜਾਓ ਕਿ ਕੀ ਹੋ ਜੂਗਾ? ਇਹ -a cos x -b cos x ਤੇ ਉਹ ਕੀ ਹੋ ਜਾਣਗੇ? ਆਪਣੇ ਕੋਲ ਕੈਂਸਲ ਆਊਟ। ਦਾ ਆਨਸਰ ਕਿੰਨਾ ਆ ਗਿਆ? 0, ਜੋ ਕਿ ਆਪਣੀ ਰਾਈਟ ਹੈਂਡ ਸਾਈਡ ਹੈ। ਤਾਂ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਨੂੰ ਜਿਹੜਾ ਅਸੀਂ ਇਕੁਅਲ ਕਰਤਾ, ਤਾਂ ਇਹਦੇ ਮਤਲਬ y ਕੀ ਹੈ? ਇਹਦਾ ਸੋਲਿਊਸ਼ਨ ਹੈ।
एक होर तरीका की सीगा देखो हुण साडे कोल d2y/dx² आ गया। ज़्यादातर ऑप्शन जिहड़े क्वेश्चनस ने ना ये ऑप्शनस तो कर दिंदे आ। हुण आपां नूं इत्थे ऑप्शनस दे रखिया होणगीਆਂ A B C तो पूछा जाऊगा भी इस डिफरेंशियल इक्वेशन का सलूशन की है। ये जिहड़ा इक्वेशन एग्जाम्पल है ये सानूं y = a cos x + b sin x मैं पहले ही दसता भी ये सलूशन है। लेकिन सानूं पेपर च क्वेश्चन किस तरह होगा डिफरेंशियल इक्वेशन दी होगी 4 ऑप्शनस दी होणगीਆਂ तो पूछा जाऊगा भी किहड़ा इहदा सलूशन है ऑप्शन ए है बी है सी है तो डी है। तो उस केस तुसीं की करना रजे उस सारे ऑप्शनस तो एक एक करके वाई की वैल्यू जी पुट करनी है इस डिफरेंशियल इक्वेशन के। तो वैल्यूज़ पुट करके देखांगे तो साढ़े कोल क्या आ जाऊगा रिक्वायर्ड आंसर आ जाऊगा। नोट की है कहते सलूशन ऑफ डिफरेंशियल इक्वेशन इज़ आल्सो कॉल्ड प्रिमिटिव और इंटैग्रल ऑफ डिफरेंशियल इक्वेशन। इस सलूशन को प्रिमिटिव भी कह देंगे आ इंटैग्रल ऑफ डिफरेंशियल भी कह देंगे आ। कोई खास नाम याद रखने वाली गल नहीं है। कई बार प्रिमिटिव पूछ लेंगे प्रिमिटिव ऑफ डिफरेंशियल इक्वेशन तो उत्थे असी उलझना नहीं है सलूशन की गल ही की गई है। या फिर इंटैग्रल ऑफ डिफरेंशियल इक्वेशन पूछ लैन तो भी वही गल है कि असी उत्थे सलूशन ही दसना है। अगे सानू एग्जाम्पल जी दे रखी है वही गल कर रहे थे कहते y = 2a cos x + 3 sin x इज़ अ सलूशन ऑफ डिफरेंशियल इक्वेशन। असी दसना है भी y जिहड़ा है वो किहड़ी डिफरेंशियल इक्वेशन का सलूशन दे रखा। तो असी सलूशन दे विच सब तो पहला की करांगे असी देखिया भी सारियां डिफरेंशियल इक्वेशन दे विच डबल डेरीवेटिव कीता होया। तो असी y का की करांगे डबल डेरीवेटिव करके सब तो पहला उसनूं रख लांगे। तो dy/dx कितना आ गया इत्थों अपने कोल that is equal to -2 sin x + 3 cos x। ये फर्स्ट इक्वेशन ये सैकेंड इक्वेशन तो d2y/dx² कितना आ गया वो आ गया अपने को -2 cos x -3 sin x। ये अपने को थर्ड इक्वेशन आ गई। हुण एक एक करके असी की करांगे पहली इक्वेशन च पुट करांगे वैल्यूज सैकेंड इक्वेशन च पुट करांगे फिर थर्ड च फिर फोर्थ च फिर देखांगे किहड़ी इक्वेशन जिहड़ी सैटिस्फाई कर रही है इन्हां वैल्यूज़ नूं। सब तो पहला ए ऑप्शन दे विच पुट करांगे d2y/dx² की वैल्यू है -2 cos x -3 sin x तो y की वैल्यू सानूं दे रखी है 2 cos x + 3 sin x। 3 sin x ना 3 sin x कैंसल आउट हो गया 2 cos x नाल 2 cos x अपना कैंसल आउट हो गया। तो ये तरह जे फर्स्ट इक्वेशन ही आपां फर्स्ट ऑप्शन ही मिल गई जिहड़ी कि सैटिस्फाई कर रही है। पर आपां बी ऑप्शन भी चैक करके देखते हैं d2y/dx² पुट करांगे -2 cos x -3 sin x। हो सकता एग्जाम दे विच फर्स्ट ऑप्शन ही तुहाडा करैक्ट आंसर हो सकता बी ऑप्शन हो सकता सी ऑप्शन ये तुहाडे डिपेंड करता है कि किहड़ी ऑप्शन करैक्ट है। पहली ऑप्शन च ही तुहाडा आंसर आ गया फटाफट फिर तो तुसीं अगले क्वेश्चन वाल वध जाओगे। कई बार की हुंदा है लास्ट वाली ऑप्शन करैक्ट आंसर होंदा है तो बाय ऑप्शन जो असीं सॉल्व करते हैं तो वो चांस होंदा है कि थोड़ा जिहा टाइम वध लग सकता है लेकिन आंसर जिहड़ा करैक्ट आवेगा। d2y/dx² की वैल्यू -2 cos x -3 sin x माइनस y की वैल्यू कितनी आऊगी अपने को साइन चेंज हो जाएंगे -2 cos x -3 sin x आ गया। हुण की है जी एक कैंसल आउट नहीं हो रही कैंसल आउट नहीं हो रही तो 0 के बराबर नहीं आउणगी। अगला भी तुसीं ऐं चैक कर लियो उस तो अगला भी चैक कर लियो कोई भी जिहड़ा है सैटिस्फाई नहीं करेगा ऑप्शन साडी जदों असीं y ते d2y/dx² की वैल्यू पुट करांगे। तो इस तरह असीं किवें चैक कर सकते हैं भी कोई इक्वेशन फंक्शन डिफरेंशियल इक्वेशन का सलूशन है कि नहीं कोई y की वैल्यू जिहड़ी आ डिफरेंशियल इक्वेशन का सलूशन है कि नहीं किवें चैक कर सकते हैं। असीं चैक कर सकते हैं कि असीं वो y की वैल्यू डिफरेंशियल इक्वेशन च पुट कर दईए जे तो वो सैटिस्फाई कर गई फिर तो सलूशन है अदरवाइज सलूशन नहीं है। नैक्सट एग्जाम्पल है साडे कोल द सलूशन ऑफ डिफरेंशियल इक्वेशन इज़। इस डिफरेंशियल इक्वेशन का सलूशन दसना सी ए ऑप्शन होगी बी ऑप्शन होगी सी ऑप्शन होगी या फिर कोई भी ऑप्शन करैक्ट नहीं है। किवें फाइंड आउट कर दें असीं सलूशन असीं इक्वेशन की जिहड़ी वैल्यू है इस डिफरेंशियल इक्वेशन च पुट कर देंगे तो जे सैटिस्फाई कर गई तो असीं कहांगे सलूशन है अदरवाइज नहीं है। तो सब तो पहला एक्स वाई बराबर कि दे रखा 1 दे ए ऑप्शन लीती असी इत्थों वाई की वैल्यू कितनी आ गई 1/x तो इनू की दे देंगे असी फर्स्ट इक्वेशन का नाम दे देंगे। फर्स्ट इक्वेशन इनू कह दें रजे सैकेंड इक्वेशन इनू कह दें तो इत्थों dy/dx कितना आ गया -1/x²। जो असी सबसटीट्यूट करांगे 3 नू ते 2 नू 1 दे विच तो साडे कोल dy/dx की जगह तो असी लिखांगे -1/x²। x/y
एक्स ਨੂੰ ਐਜ਼ ਇਟ ਇਜ਼ ਲਿਖ ਲਿਆ, y ਦੀ ਜਗ੍ਹਾ ਤੇ ਕੀ ਲਿਖ ਲਿਆ 1/x²। ਇਹ ਕੀ ਬਣ ਗਿਆ ਆਪਣੇ ਕੋਲ x² ਵਿਚ ਇਜ਼ ਨਾਟ ਇਕੁਅਲ ਟੂ 0। ਇਹਦਾ ਮਤਲਬ ਇਹ ਆਪਸ਼ਨ ਤਾਂ ਕੀ ਹੈ ਇਨਕਰੈਕਟ ਹੈ। ਹੁਣ ਅੱਗੇ ਵਧਦੇ ਹਾਂ ਸਾਡੇ ਕੋਲ ਬੀ ਆਪਸ਼ਨ ਵੱਲ। ਬੀ ਆਪਸ਼ਨ ਹੈ ਆਪਣੇ ਕੋਲ x² - y² ਇਜ਼ ਇਕੁਅਲ ਟੂ c ਦੇ। ਇੱਥੋਂ ਸਾਡੇ ਕੋਲ 2x - 2y dy/dx ਕਿਹਦੇ ਇਕੁਅਲ ਆ ਗਿਆ ਰਾਜੇ 0 ਦੇ ਇਕੁਅਲ ਆ ਗਿਆ। x ਕਾਹਦੇ ਬਰਾਬਰ ਆ ਗਿਆ y dy/dx ਦੇ ਇਕੁਅਲ, ਤੇ dy/dx ਕਿਹਦੇ ਇਕੁਅਲ ਆ ਗਿਆ ਆਪਣੇ ਕੋਲ ਇੱਥੇ x/y ਵਿਚ ਇਜ਼ ਇਕੁਏਸ਼ਨ 2। ਹੁਣ ਅਸੀਂ ਕੀ ਕਰਾਂਗੇ ਇਕੁਏਸ਼ਨ 1 ਦੇ ਵਿੱਚ ਇਕੁਏਸ਼ਨ 2 ਦੀ ਵੈਲਿਊ ਸਬਸਟੀਟਿਊਟ ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ x/y, ਕਿਉਂਕਿ dy/dx ਦੀ ਜਗ੍ਹਾ ਤੇ ਅਸੀਂ x/y ਲਿਖ ਲਿਆ, प्लस x/y। LHS की गल कर रहे हैं इत्थे भी रजे असी LHS की गल कर रहे थे फस्ट इक्वेशन की। LHS ऑफ फस्ट इक्वेशन कितनी आ गई अपने को x/y प्लस x/y विच इज़ नॉट इक्वल टू 0। इसका मतलब बी ऑप्शन भी की है इनकरैक्ट। अगे बढ़ते हैं साडे कोल सी ऑप्शन है। सी ऑप्शन के विच की है x² प्लस y² इज़ इक्वल टू c। हुण देखो इत्थे अपने कोल जे माइनस हुंदा तां कैंसल आउट हो गई की हो जाना सी 0 हो जाना सीगा, ते अगर इत्थे माइनस है तो अपने कोल इत्थे प्लस आएगा। हुण अपने कोल इत्थे प्लस है तो अपने कोल आह जो फॉर्म बनूगी क्योंकि सेम ही इक्वेशनस ने ना x² प्लस y² इज इक्वल टू c, x² माइनस y² इज इक्वल टू c, तो सी ऑप्शन जी अपनी करैक्ट आऊगी। चेक करके देखते हैं 2x प्लस 2y इंटू dy/dx इज इक्वल टू 0 दे आ गया। हाँ अगर इत्थे रजे नन ऑफ दीज हुंदा फिर आपां नूं चौथी भी चैक करनी पैनी सी। हुण आपां तीजी चैक करांगे, जे ना होई तो चौथी तो करैक्ट ही है। तो इत्थों अपने कोल x की वैल्यू कितनी आ गई -y dy/dx आ गई, तो dy/dx की वैल्यू देखो कितनी आ गई -x/y, जिन्हों असीं की कह सकते हैं सैकेंड इक्वेशन। तो सैकेंड इक्वेशन असीं जदों फस्ट पुट किया LHS दे विच, LHS ऑफ फस्ट च पुट किया तो अपने कोल की आ गया -x/y प्लस x/y विच इज़ इक्वल टू 0। तो क्या बराबर आ गया RHS से। तो असीं कहांगे सी ऑप्शन की है सोल्यूशन है इस डिफरेंशियल इक्वेशन का। नैक्सट असीं कर रहे हैं टॉपिक टाइप्स ऑफ सोल्यूशन, कि असीं दसना भी किन्ने तरह का सोल्यूशन हुंदा है। सोल्यूशन तो किवें कड्ढना सी वो देख लिया, लेकिन सोल्यूशन किन्ने तरह का हुंदा है उहदे बारे गल करते हैं। सब तो पहला साडे कोल हुंदा है जनरल सोल्यूशन। सोल्यूशन शब्द जिहड़ा यूज़ किया गया राजे जनरल दे नाल, इहदा मतलब इत्थे y की वैल्यू जिहड़ी है डिफरेंशियल इक्वेशन नूं सैटिस्फाई कर रही है, इस करके वो सोल्यूशन है। तो जनरल सोल्यूशन किहड़ा सोल्यूशन हुंदा जिहदे विच आरबीट्रेरी कॉन्सटेंट होण। अगर मान लो साडे कोल y इज़ इक्वल टू mx प्लस c की गल करिए, ये की अपने कोल डिफरेंशियल इक्वेशन का सोल्यूशन है, तो आप कहांगे ये जनरल सोल्यूशन है। क्यों? क्योंकि ये m ते c की ने आरबीट्रेरी कॉन्सटेंट ने किन्ने होण जिन्ना ऑर्डर है डिफरेंशियल इक्वेशन का। तो जनरल सोल्यूशन किहड़ा सोल्यूशन होगा, मैं इत्थे लिख रहा जनरल सोल्यूशन किहड़ा सोल्यूशन होगा द सोल्यूशन इन विच आरबीट्रेरी कॉन्सटेंट इज इक्वल टू द ऑर्डर ऑफ डिफरेंशियल इक्वेशन। अगर आरबीट्रेरी कॉन्सटेंट डिफरेंशियल इक्वेशन के ऑर्डर के बराबर ने तो वो सोल्यूशन की होगा जनरल सोल्यूशन। एक एग्जाम्पल के नाल समझते हैं कि किस तरह कहा जाता है सानू। मान लो सानू कहते भी सोडे कोल डिफरेंशियल इक्वेशन है d2y/dx² प्लस y इज़ इक्वल टू 0, तो असीं दसना है भी y इज़ इक्वल टू a cos x प्लस b sin x इसका जनरल सोल्यूशन है कि नहीं। हुण देखो जरनल दे नाल असीं सोल्यूशन शब्द वरत्या है। मैं कहा सीगा भी सोल्यूशन शब्द तां वरत्या भी भाई वो जिहड़ी इक्वेशन है डिफरेंशियल इक्वेशन सैटिस्फाई कर रही है, इस करके तो सोल्यूशन है। हुण y जिहड़ी है इसका सोल्यूशन है, y जिहड़ी इक्वेशन है इसका सोल्यूशन है, पर सानू ये दसना भी कि ये जनरल सोल्यूशन है। कहना मतलब ये जिहदे आरबीट्रेरी कॉन्सटेंट ने नंबर ऑफ आरबीट्रेरी कॉन्सटेंट ने वो ऑर्डर के बराबर है कि नहीं। तो असीं क्या भी सब तो पहले चैक कर लीए भी आरबीट्रेरी कॉन्सटेंट किन्ने ने, तो असीं क्या ए ते बी दो आरबीट्रेरी कॉन्सटेंट ने। फिर असीं डिफरेंशियल इक्वेशन वाल गए, असीं क्या भी डिफरेंशियल इक्वेशन दे विच ऑर्डर किन्ना गा, तो ऑर्डर की है 2, क्योंकि हाईएस्ट जिहड़ा अपने कोल सैकेंड ऑर्डर डेरीवेटिव दे रखा है। तो यदा मतलब आरबीट्रेरी कॉन्सटेंट नंबर ऑफ आरबीट्रेरी कॉन्सटेंट तो ऑर्डर ऑफ डिफरेंशियल इक्वेशन की है इक्वल है। तो आ की अपने कोल जनरल सोल्यूशन ऑफ दिस डिफरेंशियल इक्वेशन। एक होर एग्जाम्पल ले लेने जिस नाल थोड़ा कोई भी डाउट होगा तो वह भी क्लीयर हो जाऊगा। एग्जाम्पल की है कहते y इज़ इक्वल टू a cos x, ये आपां नूं इक्वेशन दे रखी है।
ये असी चैक करना है भी d2y अपॉन dx² प्लस y इज इक्वल टू 0 का सोल्यूशन है। जे सोल्यूशन है तो कि वो जनरल है कि नहीं, ये जो एक एग्जाम्पल है ये असी चैक करना है। असी कहा कोई गल नहीं जी, dy/dx पता करांगे सब तो पहला, वो अपने को आजू -a sin x, फिर असी d2y/dx² पता करांगे, वो कि आजूगा अपने को -a cos x आ जाऊगा, है ना। फिर आप करांगे इस जी है फस्ट इक्वेशन के वैल्यू पुट कर देंगे, जे सैटिस्फाई कर गई तो सोल्यूशन है। फिर उस तो असी चैक करांगे नंबर ऑफ आर्बिट्रेरी कॉन्स्टेंट ऑर्डर के बराबर है या नहीं, तो अपने को कितना आ गया राजे d2y/dx² की जगह -a cos x प्लस y की वैल्यू कितनी है a cos x, तो बराबर कि आ गया 0 दे, तो आप कहेंगे यस y इज इक्वल टू a cos x इज़ द सोल्यूशन ऑफ d2y/dx² प्लस y इज इक्वल टू 0 दे। पर हुण असी की चैक करना है, दूसरी चीज़ सानू चैक करने लिए कहा गया सी, वो सी भी दसो भी आह जे सोल्यूशन आ गया तो जनरल सोल्यूशन है कि नहीं, तो असीं हुण चैक करांगे। चैक किवें करांगे, y इज इक्वल टू a cos x दे विच आर्बिट्रेरी कॉन्स्टेंट किन्ने ने, वो है अपने कोल 1, तो जी अपनी डिफरेंशियल इक्वेशन है यदा ऑर्डर कितना है, ऑर्डर अपन कितना दे रखा है, वो दे रखा है 2। यदा मतलब आर्बिट्रेरी कॉन्स्टेंट ते ऑर्डर बराबर नहीं आई, तो यदा मतलब जनरल सोल्यूशन नहीं हैगा। सानू मान लो रजे क्वेश्चन दे विच सिर्फ ये कह दें कि दसो ये सोल्यूशन है कि नहीं, y इज इक्वल टू a cos x d2y/dx² का सोल्यूशन d2y/dx² प्लस y इज इक्वल टू 0 का सोल्यूशन है कि नहीं। हुण उन्होंने सिर्फ एक शब्द वरत्या सोल्यूशन, उन्होंने ये नहीं वरत्या कि जनरल सोल्यूशन है कि नहीं। जे उन्होंने सोल्यूशन शब्द वरत्या तो ऑटोमैटिकली असी उत्थे जनरल सोल्यूशन की ही गल कर रहे हैं, तो यदा मतलब ऑर्डर ते अपना आर्बिट्रेरी कॉन्स्टेंट मैच होने जरूरी ने। जे आपां सिर्फ सोल्यूशन कहा तो भी जनरल सोल्यूशन पता करना है, तो जे आपां जनरल सोल्यूशन कहा तो भी आप जनरल सोल्यूशन ही देखना है। अगे बढ़ते हैं, साडे कोल सैकेंड टाइप है पर्टिकुलर सोल्यूशन। सोल्यूशन शब्द तो क्लीयर होंदा है कि y की वैल्यू जी डिफरेंशियल इक्वेशन को सैटिस्फाई करेगी, तो जोड़ा पर्टिकुलर सोल्यूशन होंदा है रजे वो सोल्यूशन होंदा है जिहड़ा जनरल सोल्यूशन तो प्राप्त किया जा सके। जिस सोल्यूशन को असी जनरल सोल्यूशन तो कढ़ सकीए या जनरल सोल्यूशन तो बना सकीए, उस सोल्यूशन को पर्टिकुलर सोल्यूशन कहांगे। तो पर्टिकुलर सोल्यूशन की डेफिनेशन की होएगी, तुसी लिख सकते हो, द सोल्यूशन obtained by general solution, the solution obtained by general solution by giving particular values to the arbitrary constant, the solution obtained by general solution by giving particular values to the arbitrary constant in it is called particular solution। तो की मतलब है कि जी आर्बिट्रेरी कॉन्सटेंट वैल्यूज़ ने उन्होंने असी अगर पर्टिकुलर वैल्यूज़ दे देंगे तो वह साढ़े कोल जनरल सोल्यूशन तो पर्टिकुलर सोल्यूशन बन जाएगा। यदा मतलब सानू सब तो पहला जनरल सोल्यूशन पता होना चाहिए उस डिफरेंशियल इक्वेशन का, फिर उस तो असी पर्टिकुलर सोल्यूशन फाइंड आउट कर सकते हैं। ये लिए एक प्रोसीजर है रजे, प्रोसीजर की है, सब तो पहला कहते जी डिफरेंशियल इक्वेशन गिवन होगी वो कुछ कंडीशनस तुहानूं गिवन होणगियां, कंडीशनस दित्तियां होणगियां जी डिफरेंशियल इक्वेशन है वो नाल। दूसरी गल कहते हैं कि तुसी सब तो पहला जनरल सोल्यूशन को फाइंड आउट करना है। उस तो बाद थर्ड की है कहते ਜਿਹੜੀਆਂ कंडीशनस ने उन्होंने अप्लाई कर देना है, कि उपर अप्लाई द कंडीशनस कि उपर अप्लाई कर देना है इस जनरल सोल्यूशन के उपर। तो उस तो बाद की करना असी फाइंड करनी है एंड फाइंड द वैल्यूज़ ऑफ आर्बिट्रेरी कॉन्स्टेंट। सब तो पहला की है सानू कंडीशनस गिवन होणगियां डिफरेंशियल इक्वेशन के नाल, फिर उस डिफरेंशियल इक्वेशन का असी फाइंड आउट करना है जनरल सोल्यूशन, क्योंकि पर्टिकुलर सोल्यूशन असी जनरल सोल्यूशन तो भी फाइंड आउट कर सकते हैं। फिर जो असी जनरल सोल्यूशन फाइंड आउट कर लिया तो जी कंडीशन गिवन है यदा यूज़ करके असी आर्बिट्रेरी कॉन्स्टेंट को कढ़ लेना गा। फिर जो असी आर्बिट्रेरी कॉन्स्टेंट दी वैल्यूज़ फाइंड आउट कर लाँगे तो फिर इन्होंने वैल्यूज़ को रजे जो असी जनरल सोल्यूशन पुट कर देंगे ताकि साढ़े कोल पर्टिकुलर सोल्यूशन आ जाए। तो असी करांगे आर्बिट्रेरी कॉन्स्टेंट की जी वैल्यूज़ ने उन्होंने जनरल सोल्यूशन की कर देंगे पुट कर देंगे, तो अपने को क्या आ जाऊगा पर्टिकुलर सोल्यूशन आ जाऊगा। ये तो थ्योरेटिकल सीगा, असी देखते हैं कि किस तरह क्वेश्चन का यूज़ करके इस सारे प्रोसीजर को अप्लाई किया जा सकता है। जिमें कि आ एग्जाम्पल दे रखी है सानू रजे, कहते फाइंड द पर्टिकुलर सोल्यूशन ऑफ दिस डिफरेंशियल इक्वेशन
वेयर y0 इज इक्वल टू 5। y0 का की मतलब है, यदा मतलब है जदों x 0 है उदों y जिहड़ा है अपने कोल 5 है। दोबारा दसना है, कहते साडे कोल पर्टिकुलर सोल्यूशन फाइंड आउट करना है dy बाय dx इज इक्वल टू 2। ये आपां डिफरेंशियल इक्वेशन गिवन दे रखी है, ये आपां की दे रखी है राजे कंडीशन दे रखी है। कंडीशन कहती है y0 इज इक्वल टू 5। y0 का की मतलब है, कहते x की वैल्यू जदों 0 है उदों y की वैल्यू 5 है। ये इस कंडीशन का मतलब है। तो असी किस तरह जिहड़ा है पर्टिकुलर सोल्यूशन फाइंड आउट करांगे, उहदे लई सानू जो प्रोसीजर दिता है उहदी वरतों करांगे। पहला स्टैप की है कि जरनल सोल्यूशन नू फाइंड आउट करो। जरनल सोल्यूशन किवें फाइंड आउट करांगे, कहते dy बाय dx इज इक्वल टू 2 डिफरेंशियल इक्वेशन गिवन है। जरनल सोल्यूशन नू फाइंड आउट करने लई असी सैपरेट कर दांगे वेरीएबल्स नू, dy दे नाल y वाला वेरीएबल ते dx दे नाल x वाला वेरीएबल। पर अपने को इत्थे सिर्फ 2 कॉन्स्टेंट दे रखा है, इस करके सानू कोई फर्क नहीं पैंदा। dy नू असी इधर रख लिया तो dx नू उस साइड ते लै गए। तो इस तो बाद की करांगे, इंटीग्रेशन कर देंगे। इंटीग्रेशन करके साडे कोल y की वैल्यू कितनी आ जाऊगी 2x प्लस सी, क्योंकि असी सोल्यूशन पता करना है। सोल्यूशन पता करना मतलब y की वैल्यू फाइंड आउट करनी है। तो y की वैल्यू किवें फाइंड आउट करांगे, जो अपने कोल dy का इंटीग्रेशन करांगे तो ही आऊगी वैल्यू। तो हुण तुसीं ये देखोगे ये की आ गया अपने कोल जनरल सोल्यूशन। क्यों, ये अपने कोल सी आरबिटरी कॉन्सटेंट की दे रखा है। तो तुसीं चैक करोगे भी आरबिटरी कॉन्सटेंट किन्ने ने, एक है, तो ऑर्डर किन्ना गा अपने कोल, वो भी एक है। आ चैक करो इस इक्वेशन के विच ऑर्डर की है इस डिफरेंशियल इक्वेशन का, वो भी एक दे रखा है। इसका मतलब आ अपने कोल की है जनरल सोल्यूशन है। असीं ये जनरल सोल्यूशन के विच कहा सी भी साडे कोल जनरल सोल्यूशन वो सोल्यूशन होगा जिहदे विच आरबिटरी कॉन्सटेंट जिन्ने ने उन्ना ही ऑर्डर होगा, तो वो जनरल सोल्यूशन मन्निया जाऊगा। चलो ये तो असीं जनरल सोल्यूशन फाइंड आउट कर लिया, साडा पहला स्टैप कंप्लीट हो गया। सैकेंड स्टैप की कहता है भी सोनू कंडीशनस दित्तियां होणगियां, इन्हां कंडीशन का यूज़ करके असी आरबिटरी कॉन्सटेंट सी नू फाइंड आउट कर लाँगे। कंडीशन की है कि x जदों 0 है उदों y की वैल्यू कितनी है 5। तो जदों असीं इत्थे फस्ट इक्वेशन दे विच वैल्यू सबस्टिट्यूट करांगे x 0 y 5, तो अपने कोल 5 इज इक्वल टू 2 इंटू 0 प्लस सी आ जाऊगा। 2 इंटू 0 0 होंदा, इसदा मतलब सी की वैल्यू कितनी आ गई 5 आ गई। तो इसदा मतलब आरबिटरी कॉन्सटेंट असीं इत्थों फाइंड आउट कर लिया कंडीशन का यूज़ करके। हुण जिहड़ी आरबिटरी कॉन्सटेंट की वैल्यू फाइंड आउट की सीगी उहनूं असीं की करांगे जनरल सोल्यूशन च पुट कर देंगे। तो y कादे बराबर आ जाऊगा 2x प्लस 5 ते। तो 2x प्लस 5 इज इक्वल टू y की आ गया अपने कोल पर्टिकुलर सोल्यूशन। पर यह पर्टिकुलर सोल्यूशन असीं कित्थों फाइंड आउट किया है जनरल सोल्यूशन च उहदे आरबिटरी कॉन्सटेंट की वैल्यू पुट करके। तो राजे पर्टिकुलर सोल्यूशन की जिहड़ी डेफिनेशन इंट्रोडक्शन मैं तुहानूं पढ़ाई सीगी कि असीं सब तो पहला जनरल सोल्यूशन जो फाइंड आउट करांगे तो जनरल सोल्यूशन के साडे कोल आरबिटरी कॉन्सटेंट होणगे। वो आरबिटरी कॉन्सटेंट किन्ने होणगे जिन्ना उसका ऑर्डर है। तो जदों असीं आरबिटरी जनरल सोल्यूशन फाइंड आउट कर लिया तो उस जनरल सोल्यूशन के हैल्प के नाल असीं पर्टिकुलर सोल्यूशन नूं फाइंड आउट कर सकते हैं। किवें फाइंड आउट कर सकते हैं, जो सानूं कंडीशन गिवन होगी क्वेश्चन दे विच उहदी वरतों करके असीं आरबिटरी कॉन्सटेंट फाइंड आउट करांगे। आरबिटरी कॉन्सटेंट फाइंड आउट करके जनरल सोल्यूशन च पुट करांगे, जो कि साडे कोल एक पर्टिकुलर वैल्यू आ जूगी जिसनों असीं पर्टिकुलर सोल्यूशन का नाम देवांगे डिफरेंशियल इक्वेशन वास्ते। इत्थे पर्टिकुलर सोल्यूशन दे विच राजे एक इंपोर्टेंट नोट है। नोट की है, कहंदे द नंबर ऑफ आरबिटरी कॉन्सटेंट्स इन पर्टिकुलर सोल्यूशन इज ऑलवेज 0। हमेशा 0 होणगे आरबिटरी कॉन्सटेंट्स पर्टिकुलर सोल्यूशन दे विच। लेकिन जनरल सोल्यूशन दे विच सानूं पता है कि आरबिटरी कॉन्सटेंट जिहड़े ने वो 0 नहीं होणगे, लेकिन पर्टिकुलर सोल्यूशन दे विच साडे कोल आरबिटरी कॉन्सटेंट की होणगे 0 होणगे, क्योंकि असीं की करांगे कंडीशन यूज़ करके आरबिटरी कॉन्सटेंट की वैल्यू फाइंड आउट कर लांगे, फिर उसनूं जनरल सोल्यूशन च पुट कर देंगे तो उत्थों साडे कोल आरबिटरी कॉन्सटेंट एलिमिनेट हो जाऊगा। नैक्सट है साडे कोल सिंगुलर सोल्यूशन। वो सोल्यूशन जिस विच y की वैल्यू डिफरेंशियल इक्वेशन नूं सैटिस्फाई करती होवे। सिंगुलर सोल्यूशन थर्ड टाइप है, जो टाइप्स ऑफ सोल्यूशन पढ़ रहे हैं असीं। तो सिंगुलर सोल्यूशन कहते हैं जिस विच y की वैल्यू डिफरेंशियल इक्वेशन नूं तां सैटिस्फाई करती होवे, पर जनरल सोल्यूशन तो किसी भी तरीके दे नाल उसनूं बनाया नहीं जा सकता। हुण असीं पर्टिकुलर सोल्यूशन पढ़िया सी, पर्टिकुलर सोल्यूशन च क्या कि y की वो वैल्यू
ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੈਟੀਸਫਾਈ ਕਰੇ ਅਤੇ ਉਸ ਨੂੰ ਜਨਰਲ ਸੋਲੂਸ਼ਨ ਤੋਂ ਬਣਾਇਆ ਜਾ ਸਕੇ। ਸਿੰਗੂਲਰ ਸੋਲੂਸ਼ਨ ਕਹਿੰਦਾ ਹੈ ਕਿ y ਦੀ ਉਹ ਵੈਲਿਊ ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਤਾਂ ਸੈਟੀਸਫਾਈ ਕਰੇ ਪਰ ਉਸ ਨੂੰ ਜਨਰਲ ਸੋਲੂਸ਼ਨ ਤੋਂ ਕਿਸੇ ਵੀ ਤਰੀਕੇ ਦੇ ਨਾਲ ਬਣਾਇਆ ਨਹੀਂ ਜਾ ਸਕਦਾ। ਉਸ y ਦੀ ਵੈਲਿਊ ਨੂੰ ਅਸੀਂ ਸਿੰਗੂਲਰ ਸੋਲੂਸ਼ਨ ਕਹਾਂਗੇ। ਹੁਣ ਜਿਵੇਂ ਆ ਐਗਜ਼ਾਮਪਲ ਹੈ, ਤੁਸੀਂ ਇਹਨੂੰ ਵੈਰੀਫਾਈ ਵੀ ਕਰਨਾ, ਖੁਦ ਵੈਰੀਫਾਈ ਕਰਕੇ ਵੀ ਦੇਖਣਾ ਹੈ। ਕਹਿੰਦੇ ਆ ਡਿਫਰੈਂਸ਼ੀਅਲ ਇਕੁਏਸ਼ਨ ਦੇ ਰੱਖੀ ਹੈ ਸਾਨੂੰ, ਅਗਰ ਅਸੀਂ ਇਹਦਾ ਜਨਰਲ ਸੋਲੂਸ਼ਨ ਫਾਈਂਡ ਆਊਟ ਕਰਾਂਗੇ ਤਾਂ ਉਹ ਆਹ ਆਊਗਾ y = cx - c²। ਕਿਵੇਂ ਪਤਾ ਕਰ ਸਕਦੇ ਹਾਂ? ਇਸ ਦੇ ਵਿੱਚ ਇਹਨੂੰ ਪੁੱਟ ਕਰਕੇ ਦੇਖ ਲਓ, ਜੇ ਸੈਟੀਸਫਾਈ ਕਰ ਗਿਆ ਤਾਂ ਸੋਲੂਸ਼ਨ ਹੈ। ਤੁਸੀਂ ਸੈਟੀਸਫਾਈ ਕਰਵਾ ਕੇ ਦੇਖਣਾ, ਕਿਉਂਕਿ ਸਾਨੂੰ ਪਤਾ ਵੀ ਤਾਂ ਹੋਣਾ ਚਾਹੀਦਾ ਨਾ ਕਿ ਮੈਂ ਅਗਰ ਕੋਈ ਗੱਲ ਕਹਿ ਤੀ ਤੁਸੀਂ ਉਹਨੂੰ ਵੈਰੀਫਾਈ ਵੀ ਤਾਂ ਕਰਕੇ ਦੇਖੋ ਵੀ ਮੈਂ ਸਹੀ ਕਹਿ ਰਿਹਾ ਜਾਂ ਗਲਤ ਕਹਿ ਰਿਹਾ। ਤਾਂ ਤੁਸੀਂ ਕੀ ਕਰਨਾ ਹੈ, ਇਸ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਇਸ ਜਨਰਲ ਸੋਲੂਸ਼ਨ ਨੂੰ ਪੁੱਟ ਕਰਨਾ ਹੈ, ਵੈਰੀਫਾਈ ਕਰਨਾ ਹੈ, ਫਿਰ ਦੇਖਣਾ ਵੀ ਹਾਂ ਵੀ ਇਹਦਾ ਜਨਰਲ ਸੋਲੂਸ਼ਨ ਹੈ ਕਿ ਨਹੀਂ। ਤਾਂ ਇਹ ਇਹਦਾ ਜਨਰਲ ਸੋਲੂਸ਼ਨ ਹੈ, ਤੁਸੀਂ ਚੈੱਕ ਕਰੋਗੇ ਤਾਂ ਜਨਰਲ ਸੋਲੂਸ਼ਨ ਤੁਹਾਨੂੰ ਆ ਜਾਊਗਾ, ਪਰ ਤੁਸੀਂ ਇੱਕ ਵਾਰ ਜ਼ਰੂਰ ਵੈਰੀਫਾਈ ਕਰਿਓ। ਤਾਂ ਕਹਿੰਦੇ ਵੀ ਸਾਨੂੰ ਪਤਾ ਲੱਗ ਗਿਆ ਵੀ ਇਹਦਾ ਜਨਰਲ ਸੋਲੂਸ਼ਨ ਹੈ ਤੇ ਇਹਦੇ ਵਿੱਚ ਆਰਬਿਟਰੇਰੀ ਕੌਂਸਟੈਂਟ ਕੀ ਹੈ, ਉਹ ਹੈਗਾ ਆਪਣੇ ਕੋਲ c। ਤੇ ਜੇ ਮੈਂ c ਦੀ ਕੋਈ ਪਾਰਟੀਕੂਲਰ ਵੈਲਿਊ ਭਰਦਾ ਤਾਂ ਉਹ ਆਪਣੇ ਕੋਲ ਕੀ ਬਣ ਜੂ, ਪਾਰਟੀਕੂਲਰ ਸੋਲੂਸ਼ਨ। ਪਰ ਕਹਿੰਦੇ ਜਿਹੜੇ ਸਿੰਗੂਲਰ ਸੋਲੂਸ਼ਨ ਆ ਰਹੇ ਉਹ ਇਸ ਤੋਂ obtain ਨਹੀਂ ਕੀਤਾ ਜਾ ਸਕਦਾ। ਹੁਣ ਦੇਖੋ ਅਗਲੀ ਲਾਈਨ 'ਚ ਕੀ ਲਿਖਿਆ, ਕਹਿੰਦੇ ਇਟ ਹੈਜ਼ ਸਿੰਗੂਲਰ ਸੋਲੂਸ਼ਨ y = x²/4। ਤੁਸੀਂ ਕਹੋਗੇ y = x²/4 ਕਿਵੇਂ ਲਿਆਂਦਾ, ਕਿੱਥੋਂ ਲਿਆਂਦਾ? ਤਾਂ ਮੈਂ ਕਹੂੰਗਾ ਵੀ ਅਸੀਂ ਇਸ ਨੂੰ ਫਾਈਂਡ ਆਊਟ ਕਰਨ ਦੇ ਮੈਥਡ ਨਹੀਂ ਪੜ੍ਹ ਰਹੇ, ਸਾਨੂੰ ਸਿੰਗੂਲਰ ਸੋਲੂਸ਼ਨ ਦੇ ਮੈਥਡ ਨਹੀਂ ਹੈਗੇ ਸਿਲੇਬਸ ਦੇ ਵਿੱਚ। ਅਸੀਂ ਜੇ ਕੁਐਸਚਨ ਆ ਵੀ ਜਾਵੇ ਪੇਪਰ ਦੇ ਵਿੱਚ, ਸਾਨੂੰ ਕਹਿ ਦੇਣ ਕਿ ਫਾਈਂਡ ਦਾ ਸਿੰਗੂਲਰ ਸੋਲੂਸ਼ਨ ਆਫ ਦਿਸ ਡਿਫਰੈਂਸ਼ੀਅਲ ਇਕੁਏਸ਼ਨ, ਏ ਆਪਸ਼ਨ ਦੇ ਰੱਖੀ ਹੈ, ਬੀ ਆਪਸ਼ਨ ਦੇ ਰੱਖੀ ਹੈ, ਸੀ ਆਪਸ਼ਨ ਦੇ ਰੱਖੀ ਹੈ, ਡੀ ਆਪਸ਼ਨ ਦੇ ਰੱਖੀ ਹੈ। ਤਾਂ ਜੇ ਉਹੀ ਮੈਥਡ ਹੈ, ਤੁਸੀਂ ਏ ਆਪਸ਼ਨ ਨੂੰ ਇੱਕ ਵਾਰ ਇਹਦੇ ਵਿੱਚ ਪੁੱਟ ਕਰਕੇ ਦੇਖੋਗੇ, ਇੱਕ ਵਾਰ ਬੀ ਆਪਸ਼ਨ ਨੂੰ, ਇੱਕ ਵਾਰ ਸੀ ਆਪਸ਼ਨ ਨੂੰ, ਇੱਕ ਵਾਰ ਡੀ ਨੂੰ, ਜਿਹੜੀ ਸੈਟੀਸਫਾਈ ਕਰ ਦਈਏ ਉਹੀ ਇਹਦਾ ਸਿੰਗੂਲਰ ਸੋਲੂਸ਼ਨ ਹੋਊਗੀ। ਲੇਕਿਨ ਜਿਵੇਂ ਅਗਲੇ ਲੈਕਚਰ ਦੇ ਵਿੱਚ ਅਸੀਂ ਪੜ੍ਹਾਂਗੇ ਵੀ ਕਿਸ ਤਰ੍ਹਾਂ ਅਸੀਂ ਸੋਲੂਸ਼ਨ ਫਾਈਂਡ ਆਊਟ ਕਰ ਸਕਦੇ ਹਾਂ, ਜਨਰਲ ਸੋਲੂਸ਼ਨ ਫਾਈਂਡ ਆਊਟ ਕਰ ਸਕਦੇ ਹਾਂ, ਜਾਂ ਫਿਰ ਅਸੀਂ ਪਾਰਟੀਕਲ ਸੋਲੂਸ਼ਨ ਫਾਈਂਡ ਆਊਟ ਕਰ ਸਕਦੇ ਹਾਂ, ਉਹਦੇ ਪ੍ਰੋਪਰ ਮੈਥਡਸ ਨੇ, ਟਾਈਪਸ ਨੇ, ਸਾਰਾ ਕਵਰ ਕਰਾਂਗੇ। ਲੇਕਿਨ ਸਿੰਗੂਲਰ ਸੋਲੂਸ਼ਨ ਜਿਹੜਾ ਅਸੀਂ ਉਹਦੇ ਲਈ ਅਸੀਂ ਆਪਸ਼ਨ ਮੈਥਡ ਨੂੰ ਹੀ ਪ੍ਰੈਫਰ ਕਰਾਂਗੇ, ਉਹਦੇ ਲਈ ਅਸੀਂ ਕੋਈ ਪ੍ਰੋਪਰ ਜਿਹੜਾ ਮੈਥਡ ਨਹੀਂ ਯੂਜ਼ ਕਰਾਂਗੇ। ਅਸੀਂ ਸਿਰਫ ਆਪਣੇ MCQs ਦੀ ਆਪਸ਼ਨਸ ਤੋਂ ਦੇਖ ਕੇ ਹੀ ਸਿੰਗੂਲਰ ਸੋਲੂਸ਼ਨ ਦੱਸ ਦਾਂਗੇ। ਹੁਣ ਗੱਲ ਕਰੀਏ ਇਸ ਕੁਐਸਚਨ ਦੇ ਵਿੱਚ, ਤਾਂ ਕਹਿੰਦੇ ਇਹ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਨਰਲ ਸੋਲੂਸ਼ਨ ਇਹ ਹੈ, ਪਰ ਕਹਿੰਦੇ ਸਿੰਗੂਲਰ ਸੋਲੂਸ਼ਨ ਗੱਲ ਕਰੀਏ ਤਾਂ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ ਸਿੰਗੂਲਰ ਸੋਲੂਸ਼ਨ ਇਹ ਹੈ। ਹੁਣ ਤੁਸੀਂ ਦੇਖੋ ਵੀ y = x²/4 ਹੈ, ਕਿ ਤੁਸੀਂ ਇਸ ਜਨਰਲ ਸੋਲੂਸ਼ਨ ਤੋਂ ਇਹ ਬਣਾ ਸਕਦੇ ਹੋ। ਇੱਥੇ ਤਾਂ ਆਪਣੇ ਕੋਲ ਕੀ ਹੈ, x⁴ ਹੈ, y = cx⁴ - c²। ਤੇ ਜਿਹੜਾ ਆਪਣੇ ਕੋਲ ਪਾਰਟੀਕੂਲਰ ਸੋਲੂਸ਼ਨ ਆ ਉਸ 'ਚ x⁴ ਕਿੰਨੀ ਹੈ, 2। ਹੁਣ ਤੁਸੀਂ ਇੱਥੇ c ਦੀ ਜਗ੍ਹਾ ਤੇ ਕੋਈ ਵੀ ਇਹੋ ਜਿਹੀ ਵੈਲਿਊ ਪੁੱਟ ਕਰਕੇ ਦੇਖੋ। c ਕੀ ਹੈ, ਆਰਬਿਟਰੇਰੀ ਕੌਂਸਟੈਂਟ। ਇਹਦਾ ਮਤਲਬ c ਦੀ ਜਗ੍ਹਾ ਤੇ ਤੁਸੀਂ 1 ਭਰ ਸਕਦੇ ਹੋ, 2 ਭਰ ਸਕਦੇ ਹੋ, 4 ਭਰ ਸਕਦੇ ਹੋ, 5 ਭਰ ਸਕਦੇ ਹੋ, x ਨਹੀਂ ਭਰ ਸਕਦੇ ਕਿਉਂਕਿ ਆਰਬਿਟਰੇਰੀ ਕੌਂਸਟੈਂਟ ਹੈ ਨਾ, ਹੈ ਤਾਂ ਕੌਂਸਟੈਂਟ ਹੀ, ਤਾਂ ਕੌਂਸਟੈਂਟ ਵੈਲਿਊ ਹੀ ਪੁੱਟ ਕਰਾਂਗੇ। ਤਾਂ ਤੁਸੀਂ c ਦੀ ਜਗ੍ਹਾ ਤੇ ਕੋਈ ਵੀ ਇਹੋ ਜਿਹੀ ਵੈਲਿਊ ਪੁੱਟ ਕਰ ਲਓ ਤੇ ਦੇਖ ਲਓ ਵੀ x²/4 ਬਣਾ ਸਕਦੇ ਹੋ, ਤੱਕ ਨਹੀਂ ਬਣਾ ਸਕਦੇ। ਇਸੇ ਲਈ ਰਜੇ ਜਨਰਲ ਸੋਲੂਸ਼ਨ ਤੋਂ ਸਾਡਾ ਸਿੰਗੂਲਰ ਸੋਲੂਸ਼ਨ ਨਹੀਂ ਬਣਾਇਆ ਜਾ ਸਕਦਾ। ਲੇਕਿਨ ਤੁਸੀਂ ਸਿੰਗੂਲਰ ਸੋਲੂਸ਼ਨ ਨੂੰ ਧਿਆਨ ਨਾਲ ਦੇਖੋ ਤਾਂ ਇਹਦੇ ਵਿੱਚ ਕੋਈ ਵੀ ਆਰਬਿਟਰੇਰੀ ਕੌਂਸਟੈਂਟ ਨਹੀਂ ਦਿੱਤਾ। ਇਸ ਲਈ ਇੱਥੇ ਨੋਟ ਵੀ ਹੈ ਵੀ ਜਿਹੜਾ ਸਾਡੇ ਕੋਲ ਸਿੰਗੂਲਰ ਸੋਲੂਸ਼ਨ ਹੁੰਦਾ ਹੈ ਉਹਦੇ ਵਿੱਚ ਵੀ 0 ਆਰਬਿਟਰੇਰੀ ਕੌਂਸਟੈਂਟ ਹੁੰਦੇ ਨੇ। 0 ਆਰਬਿਟਰੇਰੀ ਕੌਂਸਟੈਂਟ ਪਾਰਟੀਕੂਲਰ ਸੋਲੂਸ਼ਨ 'ਚ ਵੀ ਹੁੰਦੇ ਨੇ, 0 ਆਰਬਿਟਰੇਰੀ ਕੌਂਸਟੈਂਟ ਸਿੰਗੂਲਰ ਸੋਲੂਸ਼ਨ 'ਚ ਵੀ ਹੁੰਦੇ ਨੇ। ਕਈ ਵਾਰ ਪੇਪਰ 'ਚ ਪੁੱਛ ਲੈਂਦੇ ਨੇ ਕੁਐਸਚਨ ਵੀ ਦੱਸੋ ਇਸ ਸਿੰਗੂਲਰ ਸੋਲੂਸ਼ਨ ਦੇ ਵਿੱਚ ਕਿੰਨੇ ਆਰਬਿਟਰੇਰੀ ਕੌਂਸਟੈਂਟ ਆ ਸਕਦੇ ਨੇ, ਜਾਂ ਫਿਰ ਇਸ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਕਿੰਨੇ ਆਰਬਿਟਰੇਰੀ ਕੌਂਸਟੈਂਟ ਨੇ ਜੋ ਸਿੰਗੂਲਰ ਸੋਲੂਸ਼ਨ ਦੇ ਵਿੱਚ ਆਉਣਗੇ। ਤਾਂ ਇਸ ਤਰ੍ਹਾਂ ਦਾ ਕੁਐਸਚਨ ਬਣਾ ਕੇ ਦੇਖ ਲੈਂਦੇ ਨੇ। ਅੱਗੇ ਵੀ ਅਸੀਂ ਕੁਐਸਚਨਸ ਹੁਣ ਡਿਸਕਸ ਕਰਾਂਗੇ ਨੈਕਸਟ। ਤਾਂ ਕਹਿੰਦੇ ਵੀ ਇੱਥੋਂ ਸਾਨੂੰ ਕਲੀਅਰ ਹੋ ਗਿਆ ਕਿ ਜਨਰਲ ਸੋਲੂਸ਼ਨ ਤੋਂ ਅਸੀਂ ਸਿੰਗੂਲਰ ਸੋਲੂਸ਼ਨ ਨਹੀਂ ਬਣਾ ਸਕਦੇ। ਨੋਟ ਕੀ ਹੈ, ਕਹਿੰਦੇ ਵੀ ਹੈਵ ਪ੍ਰੋਪਰ ਮੈਥਡ ਟੂ ਫਾਈਂਡ ਦ ਸਿੰਗੂਲਰ ਸੋਲੂਸ਼ਨ ਬਟ ਫॉर MCQs ਵੀ ਨੈਵਰ ਯੂਜ਼ ਥੀਸ ਮੈਥਡਸ, ਵੀ ਯੂਜ਼ ਓਨਲੀ ਆਪਸ਼ਨ ਮੈਥਡ। ਤੇ ਨੰਬਰ ਆਫ ਆਰਬਿਟਰੇਰੀ ਕੌਂਸਟੈਂਟ ਇਨ ਸਿੰਗੂਲਰ ਸੋਲੂਸ਼ਨ ਆਲਵੇਜ਼ 0 ਹੋਣਗੇ। ਇਹ ਜੋ ਐਗਜ਼ਾਮਪਲ ਦੇ ਰੱਖੀ ਹੈ, ਵਿਚ ਆਫ ਦ ਫੋਲੋਇੰਗ ਇਜ਼ ਸਿੰਗੂਲਰ ਸੋਲੂਸ਼ਨ ਆਫ ਡਿਫਰੈਂਸ਼ੀਅਲ ਇਕੁਏਸ਼ਨ। ਅਸੀਂ ਸਿੰਗੂਲਰ ਸੋਲੂਸ਼ਨ ਪਤਾ ਕਰਨਾ ਹੈ ਇਸ ਡਿਫਰੈਂਸ਼ੀਅਲ ਇਕੁਏਸ਼ਨ ਦਾ। A ਆਪਸ਼ਨ ਹੈ y = cx - c², B ਆਪਸ਼ਨ ਹੈ y = x²/4, C ਆਪਸ਼ਨ ਹੈ y = x², ਤੇ D ਆਪਸ਼ਨ ਹੈ y = x²/2। ਹੁਣ ਸਾਨੂੰ ਪਤਾ ਹੈ ਰਾਜੇ ਕਿ ਅਸੀਂ ਸੋਲੂਸ਼ਨ ਜਿਹੜਾ ਕਿਵੇਂ ਫਾਈਂਡ ਆਊਟ ਕਰਦੇ ਹਾਂ, ਆਪਸ਼ਨ ਮੈਥਡ ਦੇ ਥਰੂ। ਅਸੀਂ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਹਰ ਇੱਕ ਆਪਸ਼ਨ ਦੀ ਵੈਲਿਊ ਨੂੰ ਪੁੱਟ ਕਰਕੇ ਦੇਖਦੇ ਹਾਂ।
अगर तुसी ध्यान नाल नोट किया है हर एक गल नूं समझिया तो ए ऑप्शन नूं जे तुसी देखोगे तो y इक्वल टू सी एक्स माइनस सी स्केयर दे रखा। तो ए ऑप्शन दे विच साडे कोल सी इज़ आरबिट्रेरी कॉन्सटेंट, पर सिंगुलर सलूशन दे विच तां आरबिट्रेरी कॉन्सटेंट आउंदा ही नहीं, इस करके ए ऑप्शन तो ऑटोमैटिकली कैंसल आउट हो जाती है, क्योंकि सानू सलूशन वो चाहिए जिहदे विच आरबिट्रेरी कॉन्सटेंट ना आवे, क्योंकि असी सिंगुलर सलूशन फाइंड आउट करना है। बी ऑप्शन खानू की दे रखी है y इज इक्वल टू एक्स स्केयर बाय 4, तो इतों डी वाई बाय डी एक्स कितना आ जाऊगा 2x बाय 4 या फिर x बाय 2। हुण ये दोनों वैल्यूज़ जिहड़ियां ने असी इक्वेशन 1 च सबस्टिट्यूट कर देंगे, तो साडे कोल कितना आ जाऊगा x बाय 2 दा होल स्केयर माइनस x इंटू x बाय 2 प्लस x स्केयर बाय 4। फिर इनू थोड़ा सिंपलीफाई करांगे तो एक्स स्केयर बाय 4 माइनस एक्स स्केयर बाय 2 प्लस एक्स स्केयर बाय 4 आ गया। तो कितना आ गया राजे अपने को एक्स टू आवला एक्स स्केयर बाय 4 तो आ एक्स स्केयर बाय 4 कितना आ गया 2x स्केयर बाय 4 कैंसल आउट होके कितना आ गया एक्स स्केयर बाय 2, तो आ वाला माइनस एक्स स्केयर बाय 2 इतने सीगा, तो फिर वो की हो जाएंगे कैंसल आउट, तक कितना बचूगा 0। इसका मतलब बी की अपने को करैक्ट सिंगुलर सलूशन ऑफ दिस डिफरेंशियल इक्वेशन। उस तरह तुम सी भी ट्राई कर लियो, डी ऑप्शन भी ट्राई कर लियो, चैक करियो भी इनू सैटिस्फाई कर रही है कि नहीं। पर इस चीज़ का ध्यान रखना है भी जिथे सिंगुलर सलूशन पूछा है उत्थे साडे कोल आरबिट्रेरी कॉन्सटेंट उस सलूशन दे विच नहीं आऊगा। ये साडे कोल कुछ एग्जाम्पल्स ने जिन्होंने समझ के साडा सारा रिवाइज हो जाएगा अज का लैक्चर। कहते नंबर ऑफ आरबिट्रेरी कॉन्सटेंट्स इन द जनरल सलूशन ऑफ डिफरेंशियल इक्वेशन ऑफ ऑर्डर 2। साडे कोल ऑर्डर 2 दे रखा तो असी उहदा जनरल सलूशन पता करना है। सानू की दस्या गया सीगा नोट दे विच कि जिन्ना ऑर्डर होवेगा उन्ना ही अपने कोल नंबर ऑफ आरबिट्रेरी कॉन्सटेंट्स होंगे। तो असी नंबर ऑफ आरबिट्रेरी कॉन्सटेंट कढ़ने ने उस डिफरेंशियल इक्वेशन का जिहदा ऑर्डर 2 है, तेरा मतलब नंबर ऑफ आरबिट्रेरी कॉन्सटेंट भी किन्ने होणगे 2 होणगे, लेकिन ये सिर्फ किहदे विच है जनरल सलूशन दे विच। सैकेंड एग्जाम्पल है कहते नंबर ऑफ आरबिट्रेरी कॉन्सटेंट्स इन पर्टिकुलर सलूशन ऑफ डिफरेंशियल इक्वेशन ऑफ ऑर्डर 3। डिफरेंशियल इक्वेशन का ऑर्डर 3 दे रखा है, असी पर्टिकुलर सलूशन पता करना है तो वो नंबर ऑफ आरबिट्रेरी कॉन्सटेंट पता करने ने पर्टिकुलर सलूशन के किन्ने होणगे। तो सानू पता रहे कि डिफरेंशियल इक्वेशन चाहे कोई भी दिती होवे, जे असी उहदा पर्टिकुलर सलूशन फाइंड आउट कर लांगे तो साडे कोल उहदे विच नंबर ऑफ आरबिट्रेरी कॉन्सटेंट 0 बचते हैं। इस करके डी ऑप्शन इज़ द करैक्ट नंबर। एग्जाम्पल लास्ट की है कहते ऑर्डर ऑफ डिफरेंशियल इक्वेशन हुज जनरल सलूशन इज़ y इज इक्वल टू a e दी x प्लस b e दी 2x प्लस c e दी 3x। ऑर्डर पता करना है डिफरेंशियल इक्वेशन का जिहदा जनरल सलूशन सानू ये दे रखा। हुण सानू पता रहे कि ऑर्डर जिहड़ा है वो बराबर हुंदा है नंबर ऑफ आरबिट्रेरी कॉन्सटेंट्स दे इन डिफरेंशियल इक्वेशन। डिफरेंशियल इक्वेशन इन सलूशन जिन्ने सलूशन दे विच साडे कोल आरबिट्रेरी कॉन्सटेंट होणगे उही डिफरेंशियल इक्वेशन का की होगा ऑर्डर होगा। तो वाई दे विच टोटल 3 आरबिट्रेरी कॉन्सटेंट्स ने इस सलूशन दे विच, तो अपने कुल 3 ही की होगा ऑर्डर होगा उस डिफरेंशियल इक्वेशन का। तो ये सी अज दा लैक्चर जिहड़े इहदे विच असी डिस्कस किया सलूशनस बारे, फिर उस तो बाद फॉर्मेशन ऑफ डिफरेंशियल इक्वेशन बारे। तो जिहड़ा इस तो नैक्सट लैक्चर होगा राजे वो पहले दोनों लैक्चरां दा निचोड़ मिला के असी अगे वधांगे। पहले 2 लैक्चर अगर तुसी डिग्री ऑर्डर आरबिट्रेरी कॉन्सटेंट ये सारियां टर्म्स नूं चंगे तरीके नाल समझ लिया, एग्जाम्पल्स नूं कर लिया, जो भी मैं क्वेश्चनस करवाए ने उन्होंने जिहड़ा करके देख लिया, नोट्स बना लिए खुद दे। तो जिहड़ा लैक्चर 3rd होगा उहदे विचों क्वेश्चन पक्का आउंदा पेपर 'च। लैक्चर जिहड़ा 4th होगा उहदे विचों तां हर पेपर दे विच क्वेश्चन आएगा। तो ਇਹਦਾ मतलब ये है भी तुसी लगातार इस चैप्टर ਨੂੰ ਜਿਹੜਾ ਕਰਦੇ ਰਹਿਣਾ डेली, ਜਦੋਂ भी इस लैक्चर ਨੂੰ मैं अपलोड करता रहूँगा तो असाइनमेंट्स ਦਿੰਦਾ ਰਹੂੰਗਾ। तो ਇਹਦੇ ਨਾਲ ਹੀ ਸਾਡਾ ਅੱਜ ਦਾ ਲੈਕਚਰ ਖਤਮ ਹੁੰਦਾ ਹੈ। ਧੰਨਵਾਦ।